ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪ੍ਰਧਾਨ ਮੰਤਰੀ ਦੇ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਕਿਸਾਨ ਮੋਰਚੇ ਦਾ ਇੱਕ ਨਵੇਕਲਾ ਰੰਗ ਦੇਖਣ ਨੂੰ ਮਿਲ ਰਿਹਾ। ਉਹ ਰੰਗ ਕਿਹੋ ਜਿਹਾ ਹੋਵੇਗਾ, ਇਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਜਿਹੜਾ ਐਲਾਨ ਕਰ ਦਿੱਤਾ ਹੈ। ਉਸ ਤੋਂ ਬਾਅਦ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਪਹਿਲੀ ਮੀਟਿੰਗ ਹੋਈ ਹੈ, ਜਿਸ 'ਤੇ ਦੇਸ਼ ਭਰ ਤੋਂ ਲੋਕਾਂ ਦੀ ਜਿਹੜੀ ਨਜ਼ਰਾਂ ਟਿਕੀਆਂ ਹੋਈਆਂ ਸੀ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਤੋਂ ਆਸ ਜਤਾਈ ਜਾ ਰਹੀ ਸੀ ਵੀ ਉਹ ਅੰਦੋਲਨ ਨੂੰ ਲੈ ਕੇ ਕੋਈ ਅਗਲੀ ਰੂਪ ਰੇਖਾ ਜਿਹੜੀ ਹੈਗੀ ਹੈ ਐਲਾਨ ਸਕਦਾ ਹੈ। ਅਸੀਂ ਜਾਣਨਾ ਚਾਹਾਂਗੇ ਅੱਜ ਦੀ ਮੀਟਿੰਗ 'ਚ ਕੀ ਗੱਲਬਾਤ ਹੋਈ ਹੈ, ਕੀ ਫੈਸਲਾ ਲਿਆ ਗਿਆ। ਦੇਖੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਜੀ। ਔਰ ਉਸ ਤੋਂ ਬਾਅਦ ਸਮੁੱਚੇ ਦੇਸ਼ ਦੇ ਵਿੱਚ ਔਰ ਖ਼ਾਸ ਕਰਕੇ ਪੰਜਾਬ ਦੇ ਵਿੱਚ ਇਸ ਜਿੱਤ ਦੀ, ਕਿਸਾਨ ਕੋਲ ਦੀ ਜਿੱਤ ਦੀ ਵੱਡੀ ਪੱਧਰ 'ਤੇ ਜਿਹੜੀ ਸੈਲੀਬ੍ਰੇਸ਼ਨ ਹੋਈ ਹੈ ਜੀ। ਇਸ ਸੈਲੀਬ੍ਰੇਸ਼ਨ ਦੇ ਦੌਰਾਨ ਹੀ ਪੰਜਾਬ ਦੀਆਂ ਔਰ ਸਾਡੇ ਦੂਸਰੇ ਜਿਹੜੀਆਂ ਸਰਗਰਮ ਸਟੇਟਾਂ ਨੇ ਜੀ। ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਉਹ ਸੰਯੁਕਤ ਮੋਰਚੇ, ਕਿਸਾਨ ਮੋਰਚੇ ਦੀ ਜਿਹੜੀ ਹੋਣ ਵਾਲੀ ਮੀਟਿੰਗ 'ਤੇ ਲੱਗੀਆਂ ਹੋਈਆਂ ਸੀ। ਔਰ ਸਾਰਿਆਂ ਦਾ ਇਸ ਗੱਲ 'ਤੇ ਨਜ਼ਰ ਟਿਕੀ ਹੋਈ ਸੀ ਕਿ ਕਿਸਾਨ ਮੋਰਚਾ ਹੁਣ ਅਗਲਾ ਪੈਂਤੜਾ ਕੀ ਲੈਂਦਾ ਹੈਗਾ। ਜੀ। ਸੋ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਹੰਗਾਮੀ ਜਿਹੜੀ ਮੀਟਿੰਗ ਹੋਈ ਹੈ ਔਰ ਇੱਕ ਵੱਖਰੇ ਰੌਂਦ ਦੇ ਵਿੱਚ ਮੀਟਿੰਗ ਹੋਈ ਹੈ। ਇਸ ਤੋਂ ਪਹਿਲਾਂ ਜਿੰਨੀਆਂ ਮੀਟਿੰਗਾਂ ਹੁੰਦੀਆਂ ਸੀ ਉਹ ਸਾਰੀਆਂ ਨਵੀਂ ਰਣਨੀਤੀ ਲਈ ਹੁੰਦੀਆਂ ਸੀ ਜਾਂ ਇੱਕ ਵੱਖਰੇ ਕਿਸਮ ਦੇ ਮਾਹੌਲ ਦੇ ਵਿੱਚ ਹੁੰਦੀਆਂ ਸੀ, ਕਿਉਂਕਿ ਹੁਣ ਇੱਕ ਜੇਤੂ ਅੰਦਾਜ਼ ਦੇ ਵਿੱਚ ਕਿਸਾਨ ਆਗੂ ਅੱਜ ਜਿਹੜੇ ਮੀਟਿੰਗ ਦੇ ਵਿੱਚ ਜੁੜੇ ਸੀ, ਜਿਨ੍ਹਾਂ ਨੇ ਕੁਝ ਨਵੇਂ ਫੈਸਲੇ ਲਏ ਨੇ। ਅਤੇ ਸਾਡੇ ਦਰਸ਼ਕਾਂ ਨੂੰ ਵੀ ਇਸ ਗੱਲ ਦੀ ਉਤਸੁਕਤਾ ਹੋਏਗੀ ਕਿ ਇਹ ਨਵੇਂ ਫੈਸਲੇ ਕੀ ਨੇ। ਆਲਰੇਡੀ ਟੀਵੀ 'ਤੇ, ਸੋਸ਼ਲ ਮੀਡੀਆ 'ਤੇ ਆ ਚੁੱਕੇ ਨੇ। ਸੰਯੁਕਤ ਕਿਸਾਨ ਮੋਰਚੇ ਨੇ ਇੱਕ ਗੱਲ ਬੜੀ ਸਾਫ਼ ਕੀਤੀ ਆਤਿਸ਼, ਕਿ ਜਿਹੜਾ ਕਿਸਾਨ ਅੰਦੋਲਨ ਹੈ ਉਹ ਜਾਰੀ ਰਹੇਗਾ। ਘੱਟੋ ਘੱਟ ਇੱਕ ਗੱਲ ਤਾਂ ਇਹ ਤੈਅ ਹੋ ਚੁੱਕੀ ਹੈ ਕਿ ਜਿੰਨਾ ਸਮਾਂ ਤਿੰਨੋਂ ਖੇਤੀ ਕਾਨੂੰਨ ਪਾਰਲੀਮੈਂਟ ਦੇ ਵਿੱਚ ਲਿਆ ਕੇ ਰੱਦ ਨਹੀਂ ਕਰ ਦਿੱਤੇ ਜਾਂਦੇ ਫਾਰਮਲੀ, ਉਹਨਾਂ ਟਾਈਮ ਜਿਹੜਾ ਕਿਸਾਨ ਘੋਲ ਹੈ, ਜਿਹੜਾ ਉਹ ਨੈਸ਼ਨਲ ਲੈਵਲ 'ਤੇ ਜਾਂ ਦਿੱਲੀ ਮੋਰਚਾ ਹੈ, ਉਹ ਚੱਲਦਾ ਰਹੇਗਾ। ਔਰ ਕੱਲ੍ਹ ਨੂੰ ਜਿਹੜੀ 22 ਤਰੀਕ ਦੀ ਲਖਨਊ ਦੇ ਵਿੱਚ ਮਹਾ ਪੰਚਾਇਤ ਰੱਖੀ ਹੈ, ਉਹ ਵੀ ਹੋ ਰਹੀ ਹੈ। ਉਹਦੇ ਵਿੱਚ ਵੀ ਇੱਕ ਸਾਨੂੰ ਨਵਾਂ ਰੰਗ ਹੈ, ਜਿਹੜਾ ਇੱਕ ਵੱਖਰਾ ਉਤਸ਼ਾਹ ਹੈ ਜਿਹੜਾ ਉਹ ਦੇਖਣ ਨੂੰ ਮਿਲੇਗਾ। ਔਰ ਉਮੀਦ ਹੈ ਕਿ ਉਸ ਦੇ ਵਿੱਚ ਵੀ ਵੱਡਾ ਇਕੱਠ ਹੋਏਗਾ। ਔਰ ਉਸ ਤੋਂ ਬਾਅਦ 26 ਨਵੰਬਰ ਨੂੰ ਕਿਸਾਨ ਮੋਰਚੇ ਦੀ ਪਹਿਲੀ ਵਰ੍ਹੇਗੰਢ ਹੈ, ਜਿਹਦੇ ਵਿੱਚ ਐਤਕੀ ਲੋਕ ਇੱਕ ਬੜੀ ਨਵੇਂ ਉਤਸ਼ਾਹ ਦੇ ਨਾਲ, ਨਵੇਂ ਰੰਗ ਦੇ ਨਾਲ ਉਹ 'ਚ ਸ਼ਮੂਲੀਅਤ ਕਰਨਗੇ। ਸਮੁੱਚਾ ਪੰਜਾਬ ਜਿਹੜਾ ਕਿਸਾਨ ਘੋਲ ਦੀ ਜਿੱਤ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਪਿੰਡ ਪਿੰਡ, ਸ਼ਹਿਰ ਸ਼ਹਿਰ ਇਸ ਦੀਆਂ ਤਿਆਰੀਆਂ ਹੋ ਰਹੀਆਂ ਨੇ ਔਰ ਬੜੇ ਵੱਡੇ ਵੱਡੇ ਕਾਫਲੇ ਹੈ ਜਿਹੜੇ ਉਹ 25 ਤਰੀਕ ਤੋਂ ਹੀ ਜਾਣੇ ਜਿਹੜੇ ਦਿੱਲੀ ਵੱਲ ਸ਼ੁਰੂ ਹੋ ਜਾਣਗੇ। 26 ਤਰੀਕ ਨੂੰ ਇੱਕ ਨਵਾਂ ਉੱਥੇ ਜੁੜੇਗਾ, ਇਕੱਠ ਜੁੜੇਗਾ, ਇੱਕ ਤਾਕਤ ਜੁੜੇਗੀ ਕਿਸਾਨਾਂ ਦੀ, ਔਰ ਜਿੱਤ ਨੂੰ ਜਿਹੜਾ ਇੱਕ ਤਰ੍ਹਾਂ ਦਾ ਸੈਲੀਬ੍ਰੇਟ ਵੀ ਕੀਤਾ ਜਾਏਗਾ। ਔਰ ਉਸ ਤੋਂ ਬਾਅਦ 29 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਰੱਖਿਆ ਗਿਆ ਹੈਗਾ, ਉਹ ਵੀ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਤੈਅ ਹੋਇਆ ਹੈ ਕਿ ਉਹ ਵੀ ਅੱਗੇ ਜਾਰੀ ਰਹੇਗਾ। ਟਰੈਕਟਰ ਮਾਰਚ ਵੀ ਹੈ ਜਿਹੜਾ ਉਹ ਜਾਰੀ ਰਹੇਗਾ। ਤਾਂ ਇਹ ਤਿੰਨ ਫੈਸਲੇ ਜਿਹੜੇ ਲਏ ਗਏ ਨੇ। ਔਰ ਇਸ ਤੋਂ ਇਲਾਵਾ ਇਹ ਪਹਿਲਾਂ ਹੀ ਚੱਲੇ ਸੀ, ਇਹਨਾਂ 'ਤੇ ਮੋਹਰ ਲਾਈ ਗਈ ਹੈ ਵੀ ਇਹ ਕੰਟੀਨਿਊ ਰੱਖੇ ਜਾਣਗੇ। ਇੱਕ ਫੈਸਲਾ ਇਹ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਪੱਤਰ ਲਿਖਿਆ ਜਾਏਗਾ ਗੱਲਬਾਤ ਲਈ, ਜਿਹਦੇ ਵਿੱਚ ਜਿਹੜੇ ਪੈਂਡਿੰਗ ਇਸ਼ੂਜ਼ ਨੇ, ਬਕਾਇਆ ਇਸ਼ੂਜ਼ ਰਹਿ ਗਏ ਨੇ ਜਿਹੜੇ, ਉਹਨਾਂ ਦਾ ਜ਼ਿਕਰ ਹੋਏਗਾ ਔਰ ਉਹਨਾਂ ਦੇ ਨਿਪਟਾਰੇ ਦੀ ਗੱਲ ਕੀਤੀ ਜਾਏਗੀ। ਜਿਹਦੇ ਵਿੱਚ ਮੁੱਖ ਤੌਰ 'ਤੇ ਜਿਸ ਤਰ੍ਹਾਂ MSP ਨੂੰ ਲੀਗਲ ਦਾਇਰੇ ਦੇ ਵਿੱਚ ਲੈ ਕੇ ਆਉਣਾ, ਔਰ ਜਿੰਨੇ 700 ਦੇ ਕਰੀਬ ਜਿਹੜੇ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਕੰਪਨਸੇਸ਼ਨ ਦੇਣਾ ਭਾਰਤ ਸਰਕਾਰ ਦੀ ਤਰਫੋਂ। ਇਸ ਤੋਂ ਇਲਾਵਾ ਜਿਹੜਾ ਇਲੈਕਟ੍ਰੀਸਿਟੀ ਅਮੈਂਡਮੈਂਟ ਐਕਟ ਅਜੇ ਪ੍ਰੋਸੈਸ ਦੇ ਵਿੱਚ ਹੈ, ਉਹਦੇ ਬਾਰੇ ਗੱਲ ਹੋਣੀ ਹੈ। ਪਰਾਲੀ ਦੇ ਇਸ਼ੂ 'ਤੇ ਗੱਲ ਹੋਣੀ ਹੈ। ਲਖੀਮਪੁਰ ਖੀਰੀ ਦੇ ਵਿੱਚ ਜਿਹੜੀ ਵੱਡੀ ਘਟਨਾ ਵਾਪਰੀ ਸੀਗੀ, ਉਹਦੇ ਵਿੱਚ ਜਿਹੜੀ ਅਜੇ ਮਿਸ਼ਰਾ ਦੀ ਸੈਂਟਰ ਦੇ ਵਜ਼ੀਰ ਨੇ, ਉਹਨਾਂ ਦੇ ਅਸਤੀਫਾ ਦੀ ਗੱਲ ਕੀਤੀ ਜਾਏਗੀ ਔਰ ਉਹਨਾਂ ਦੀ ਅਰੈਸਟ ਦੀ ਗੱਲ ਕੀਤੀ ਜਾਏਗੀ। ਔਰ ਜਿੰਨੇ ਵੀ ਕਿਸਾਨ ਘੋਲ ਦੇ ਦੌਰਾਨ ਪੁਲਿਸ ਕੇਸ ਦਰਜ ਹੋਏ ਨੇ ਕਿਸਾਨਾਂ 'ਤੇ ਔਰ ਉਹਨਾਂ ਦੇ ਹਮਾਇਤੀਆਂ 'ਤੇ, ਉਹਨਾਂ ਨੂੰ ਵਿਡਰੋ ਕਰਨ ਦੀ ਗੱਲ ਵੀ ਜਿਹੜੀ ਇੱਕ ਮੁੱਖ ਮੰਗ ਦੇ ਤੌਰ 'ਤੇ ਰੱਖੀ ਜਾਣੀ ਹੈ।
ਸੋ ਫਾਈਨਲ ਤਾਂ ਇਹ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਜਾਂਦੀ ਹੈ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਕਿਸ ਤਰ੍ਹਾਂ ਰਿਐਕਟ ਕਰਦਾ ਹੈ ਜਾਂ ਬਾਕੀ ਮੰਗਾਂ 'ਤੇ ਕਿਸ ਕਿਸਮ ਦਾ ਪੈਂਤੜਾ ਲੈਂਦਾ ਹੈ, ਉਸ 'ਤੇ ਵੀ ਮੁਨਸਰ ਕਰੇਗਾ। ਔਰ ਦੂਸਰੀ ਤਰਫ ਸਾਡੇ ਜਿਹੜੇ ਭਾਰਤ ਸਰਕਾਰ ਨੇ ਕੱਲ੍ਹ ਹੈ ਜਿਹੜੀ ਅੱਜ ਗੱਲ ਸਾਹਮਣੇ ਆਈ ਕਿ ਉਹਨਾਂ ਨੇ 24 ਤਰੀਕ ਨੂੰ ਆਪਣੀ ਜਿਹੜੀ ਮੀਟਿੰਗ ਹੈ ਉਹ ਕਾਲ ਕੀਤੀ ਹੈਗੀ ਹੈ ਕੈਬਨਿਟ ਦੀ ਜੀ। ਅਤੇ ਜ਼ਿਆਦਾ ਤੌਰ 'ਤੇ ਇਹੀ ਲੱਗਦਾ ਹੈਗਾ ਕਿ ਵੀ ਉਹਦੇ ਵਿੱਚ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਜਿਹੜੀ ਮਨਜ਼ੂਰੀ ਜਿਹੜੀ ਪ੍ਰਵਾਨਗੀ ਹੈ ਜਿਹੜੀ ਉਹ ਦਿੱਤੀ ਜਾਣੀ ਹੈ। ਔਰ ਹੋ ਸਕਦਾ 29 ਤਰੀਕ ਨੂੰ ਇਹ ਸਾਡੇ ਗੱਲ ਸਾਹਮਣੇ ਆਵੇ, ਪਰ 29 ਤੋਂ ਪਹਿਲਾਂ ਹੀ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਜਿਹੜੀ 27 ਨੂੰ ਦੁਬਾਰੇ ਮੀਟਿੰਗ ਬੁਲਾਈ ਹੈਗੀ ਹੈ। ਸਾਨੂੰ ਜਿੱਥੋਂ ਤੱਕ ਪਤਾ ਲੱਗਿਆ ਹੈ ਕਿ ਜਿਹੜੀ ਪੰਜਾਬ ਦੀਆਂ 32 ਕਿਸਾਨ ਧਿਰਾਂ ਨੇ ਉਹਨਾਂ ਨੇ ਇੱਕ ਤਰ੍ਹਾਂ ਦਾ ਮੀਟਿੰਗ ਕੀਤੀ ਸੀ ਪਹਿਲਾਂ, ਅਤੇ ਉਹਦੇ ਵਿੱਚ ਇੱਕ ਤਰ੍ਹਾਂ ਦੀ ਸਹਿਮਤੀ ਇਸ ਗੱਲ ਦੀ ਬਣੀ ਹੈ ਕਿ ਇੱਕ ਬਹੁਤ ਵੱਡੀ ਜਿੱਤ ਹੈਗੀ ਹੈ। ਔਰ ਮੋਰਚਾ ਜਿਹੜਾ ਜਿੰਨਾ ਚਿਰ ਵਾਪਸ ਨਹੀਂ ਹੁੰਦੇ ਬਿੱਲ ਕਾਨੂੰਨ ਆ ਜਿਹੜੇ ਰੱਦ ਨਹੀਂ ਹੁੰਦੇ ਸੰਸਦ ਦੇ ਵਿੱਚ, ਉਹਨਾਂ ਟਾਈਮ ਤਾਂ ਇਸੇ ਸ਼ੇਪ ਦੇ ਵਿੱਚ ਜਾਰੀ ਰਹੇਗਾ। ਉਸ ਤੋਂ ਬਾਅਦ ਇਹ ਉਹਨਾਂ ਦੀ ਇਕਸੁਰਤਾ ਬਣੀ ਹੈਗੀ ਹੈ ਕਿ ਮੋਰਚੇ ਦਾ ਜਿਹੜਾ ਸੰਘਰਸ਼ ਦਾ ਰੰਗ ਹੈ ਉਸ ਦੇ ਵਿੱਚ ਥੋੜ੍ਹਾ ਜਿਹਾ ਪੈਂਤੜ ਹੈ ਜਾਂ ਉਹਦੀ ਆਪਾਂ ਕਹਿ ਲਈਏ ਕਿ ਫਾਰਮ ਦੇ ਵਿੱਚ ਚੇਂਜ ਲਿਆਂਦੀ ਜਾਵੇ, ਕੋਈ ਇਸ ਕਿਸਮ ਦੀ ਫਾਰਮ ਅਖਤਿਆਰ ਕੀਤੀ ਜਾਵੇ ਕਿ ਜਿਹਦੇ ਵਿੱਚ ਸਾਡੀ ਜਿਹੜੀ ਭਾਰਤ ਸਰਕਾਰ ਹੈ ਉਹਨੂੰ ਸਿਆਸੀ ਸੇਕ ਵੀ ਲੱਗੇ ਔਰ ਇਹ ਬਾਇਆ ਸਟੇਟਸ ਦੇ ਵਿੱਚੋਂ ਕੋਈ ਇਸ ਕਿਸਮ ਦੀ ਜਿਹੜੀ ਨਵੀਂ ਪੈਂਤੜੇਬਾਜ਼ੀ ਜਿਹੜੀ ਜਾਂ ਵਿਉਂਤਬੰਦੀ ਹੈ ਜਿਹੜੀ ਉਹ ਕਿਸਾਨ ਧਿਰਾਂ ਲੈ ਰਹੀਆਂ ਨੇ ਕਿ ਇਹ ਤਾਂ ਨਹੀਂ ਕਹਿੰਦੇ ਕਿ ਉੱਥੋਂ ਮੋਰਚਾ ਜਿਹੜਾ ਚੁੱਕਿਆ ਜਾਏਗਾ, ਪਰ ਇਹਦੀ ਸ਼ੇਪ ਹੈ ਜਿਹੜੀ ਉਹਦੇ ਵਿੱਚ ਬਦਲਾਅ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲੇਗਾ। ਜਿੱਥੋਂ ਤੱਕ ਟਰੈਕਟਰ ਮਾਰਚ ਦਾ ਸਵਾਲ ਹੈ, ਇਹਦਾ ਇਹ ਵੀ ਪਤਾ ਲੱਗਿਆ ਕਿ ਅਗਰ 24 ਦੀ ਕੈਬਨਿਟ ਮੀਟਿੰਗ ਦੇ ਬਾਅਦ ਇਹ ਡਿਸਾਈਡ ਹੋ ਜਾਂਦਾ ਕਿ 29 ਨੂੰ ਜਦੋਂ ਪਾਰਲੀਮੈਂਟ ਸੈਸ਼ਨ ਸਟਾਰਟ ਹੋਣਾ ਹੈ, ਪਹਿਲੇ ਦਿਨ ਹੀ ਇਸ ਨੂੰ ਏਜੰਡੇ 'ਤੇ ਲਾ ਦਿੱਤਾ ਜਾਂਦਾ ਹੈਗਾ, ਸੰਸਦ ਦੇ ਬਿਜ਼ਨਸ ਦੇ ਵਿੱਚ ਰੱਖਿਆ ਜਾਂਦਾ ਹੈ, ਤਾਂ ਹੋ ਸਕਦਾ ਕਿਸੇ ਸਟੇਜ 'ਤੇ ਜਾ ਕੇ ਟਰੈਕਟਰ ਮਾਰਚ ਨੂੰ ਵੀ ਜਿਹੜੀਆਂ ਕਿਸਾਨ ਧਿਰਾਂ ਹੈ ਉਹ ਰਿਵਿਊ ਕਰ ਸਕਦੀਆਂ। ਸੋ ਇਹ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ, ਇਹਦੇ ਨਾਲ ਇੱਕ ਗੱਲ ਸਾਫ਼ ਹੋ ਗਈ ਹੈ ਕਿ ਹੁਣ ਜਿਹੜਾ ਮੋਰਚਾ ਹੈਗਾ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ, ਰਸਮੀ ਤੌਰ 'ਤੇ ਰੱਦ ਹੋਣ ਤੋਂ ਬਾਅਦ ਹੀ ਜਿਹੜਾ ਕੋਈ ਨਵੀਂ ਸ਼ਕਲ ਹੈ ਜਿਹੜੀ ਅਖਤਿਆਰ ਕਰੇਗਾ ਔਰ ਇਹ ਅੰਦੋਲਨ ਜਾਰੀ ਰਹੇਗਾ। ਔਰ ਵਰ੍ਹੇਗੰਢ 'ਤੇ ਉਮੀਦ ਹੈ ਕਿ ਇੱਕ ਬਹੁਤ ਵੱਡਾ ਇਕੱਠ ਹੈ ਜਿਹੜਾ ਉਹ ਸਿੰਘੂ ਔਰ ਟਿਕਰੀ ਬਾਰਡਰ 'ਤੇ ਜੁੜੇਗਾ। ਚਰਨਜੀਤ ਜੀ, ਕਿਸਾਨ ਘੋਲ ਦੀ ਜਿੱਤ ਤੋਂ ਬਾਅਦ ਜਿਹੜਾ ਹੈਗਾ ਦੇਸ਼ ਭਰ ਦੇ ਲੋਕਾਂ 'ਚ ਇੱਕ ਉਤਸ਼ਾਹ ਦੇਖਣ ਨੂੰ ਮਿਲ ਰਿਹਾ, ਪਰ ਵੱਡੀ ਗੱਲ ਇਹ ਆਉਂਦੀ ਹੈ ਕਿ ਤਿੰਨੋਂ ਖੇਤੀ ਕਾਨੂੰਨ ਵਾਪਸ ਹੋਣ ਨਾਲ ਕਿਸਾਨੀ ਦੇ ਸਾਰੇ ਮਸਲੇ ਜਿਹੜੇ ਨੇ ਉਹ ਹੱਲ ਹੋ ਜਾਣਗੇ। ਦੇਖੋ, ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਤਿੰਨੇ ਕਾਨੂੰਨਾਂ ਦੇ ਰੱਦ ਹੋਣ ਨਾਲ ਜਿਹੜੇ ਕਿਸਾਨੀ ਦੀਆਂ ਮੁਸ਼ਕਲਾਂ ਨੇ ਜਾਂ ਖੇਤੀ ਦੀਆਂ ਸਮੱਸਿਆਵਾਂ ਨੇ ਉਹਨਾਂ ਦਾ ਨਿਪਟਾਰਾ ਹੋ ਜਾਣਾ ਹੈ, ਪਰ ਖੇਤੀ 'ਤੇ ਇੱਕ ਬਹੁਤ ਵੱਡੀ ਜਿਹੜੀ ਗਾਜ ਗਿਰਨ ਵਾਲੀ ਸੀ ਜਾਂ ਖੇਤੀ ਦਾ ਇੱਕ ਬਹੁਤ ਵੱਡਾ ਕਿਸਾਨੀ ਦਾ ਨੁਕਸਾਨ ਹੋਣ ਵਾਲਾ ਸੀ, ਜਿਹਦੇ ਨਾਲ ਕਿਸਾਨੀ ਦਾ ਪਾਸਾ ਮੁੱਦਾ ਵੱਜ ਜਾਣਾ ਸੀ, ਉਸ ਤੋਂ ਬਚਾਓ ਹੋ ਗਿਆ। ਉਹਦਾ ਕਾਰਨ ਹੀ ਕੋਈ ਬਣਿਆ। ਆਪਾਂ ਦੇਖਿਆ ਕਿ ਕਿਸਾਨ ਘੋਲ ਜੇ ਪੰਜਾਬ ਹੈ ਇਹ ਸੰਘਰਸ਼ ਦੇ ਵਿੱਚ ਮੋੜੀ ਨਾ ਕੱਢਦਾ ਤਾਂ ਹੋ ਸਕਦਾ ਹੈ ਇਹ ਖੇਤੀ ਕਾਨੂੰਨ ਜਿਹੜੇ ਲਾਗੂ ਹੋ ਜਾਣੇ ਸੀ ਸਟੇਟਾਂ ਦੇ ਵਿੱਚ ਵੀ, ਤਾਂ ਹੋ ਸਕਦਾ ਕੋਈ ਹੋਰ ਸਟੇਟ ਇਸ ਕਿਸਮ ਦੀ ਪਹਿਲ ਨਾ ਕਰਦੀ, ਪਰ ਕਿਸਾਨ ਘੋਲ ਨੇ ਇਹ ਦਿਨ ਸਾਨੂੰ ਦਿਖਾਏ ਹੈ ਕਿ ਅੱਜ ਅਸੀਂ ਜਿਹੜੀ ਉਸ ਦੀ ਜਿੱਤ ਦੇ ਜਿਹੜੇ ਜਸ਼ਨ ਹੈ ਉਹ ਮਨਾ ਰਹੇ ਹਾਂ। ਜਿੱਥੋਂ ਤੱਕ ਤਾਲੁਕ ਹੈਗਾ ਕਿ ਇਹਦੇ ਨਾਲ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ, ਉਹ ਬਿਲਕੁਲ ਨਹੀਂ ਹੋਣੀਆਂ। ਅਸੀਂ ਵੱਡਾ ਇੱਕ ਨੁਕਸਾਨ ਹੋਣ ਤੋਂ ਤਾਂ ਬਚਾਓ ਕਰ ਲਿਆ, ਪਰ ਸਮੱਸਿਆਵਾਂ ਹੱਲ ਹੋ ਜਾਣ ਇਹਦੇ ਲਈ ਸਾਡੀ ਭਾਰਤ ਸਰਕਾਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਸਾਡੀਆਂ ਸੂਬਾ ਸਰਕਾਰਾਂ ਨੇ ਉਹਨਾਂ ਨੂੰ ਨਵੇਂ ਪੈਂਤੜੇ ਲੈਣੇ ਪੈਣਗੇ। ਖਾਸ ਕਰਕੇ ਪੰਜਾਬ ਸਰਕਾਰ ਦੀ ਜਦੋਂ ਗੱਲ ਕਰਦੇ ਆ, ਅਸੀਂ ਕਹਿੰਦੇ ਕਿ ਕਿਸਾਨਾਂ ਦੇ ਰਾਖੇ ਆ, ਉਹਨਾਂ ਦੇ ਹਿੱਤਾਂ ਦੇ ਰਾਖੇ ਆ ਔਰ ਅਗਰੇਨੀਅਨ ਸਟੇਟ ਹੈ। ਚਾਹੀਦਾ ਤਾਂ ਇਹ ਸੀ ਕਿ ਖੇਤੀ ਨੂੰ ਪਹਿਲੇ ਨੰਬਰ 'ਤੇ ਸਰਕਾਰ ਰੱਖ ਕੇ ਕੰਮ ਕਰਦੀ, ਪਰ ਹੁਣ ਤੱਕ ਕਿਸਾਨਾਂ ਦੇ ਔਰ ਖੇਤੀ ਦੇ ਜ਼ਖਮਾਂ 'ਤੇ ਮਲਮ ਤਾਂ ਸਰਕਾਰਾਂ ਲਾਉਂਦੀਆਂ ਰਹੀਆਂ ਨੇ, ਪਰ ਉਹਨਾਂ ਦੀ ਜਿਹੜੀ ਮੂਲ ਸਮੱਸਿਆ ਦਾ ਹੱਲ ਹੈ ਉਹ ਕਿਸੇ ਵੀ ਸਰਕਾਰ ਨੇ ਇੱਥੇ ਨਹੀਂ ਕੀਤਾ। ਜਿਸ ਤਰ੍ਹਾਂ ਕਈ ਵਾਰੀ ਆਪਾਂ ਪਹਿਲਾਂ ਚਰਚਾ ਕਰ ਚੁੱਕੇ ਹਾਂ ਕਿ ਇੱਥੇ ਸਾਡੇ ਜਿਹੜੀ ਅਜੇ ਤੱਕ ਜਿਹੜੀ ਫਾਰਮਰ ਪਾਲਿਸੀ ਹੈ ਉਹ ਨਹੀਂ ਇੰਪਲੀਮੈਂਟ ਹੋ ਸਕੀ, ਤਾਂ ਹੁਣ ਜਦੋਂ ਅਸੀਂ ਜੇਤੂ ਅੰਦਾਜ਼ ਦੇ ਵਿੱਚ ਦਿੱਲੀ ਤੋਂ ਵਾਪਸ ਮੁੜਾਂਗੇ ਤਾਂ ਸਾਡੀ ਸਟੇਟ ਸਰਕਾਰ 'ਤੇ ਵੀ ਇੱਕ ਪ੍ਰੈਸ਼ਰ ਬਣੇਗਾ ਕਿ ਉਹ ਸਰਕਾਰ ਕਿ ਇੱਦਾਂ ਤੁਹਾਡੀ ਇਹ ਨਹੀਂ ਕਿ ਚੋਣਾਂ ਆ ਗਈਆਂ ਕਿ ਤੁਸੀਂ ਆਪਣਾ ਐਲਾਨ ਕਰ ਦਿਓ ਕਿ ਅਸੀਂ ਕਿਸਾਨਾਂ ਨੂੰ ਹੁਣ ਇਹ ਦੇ ਦਿਆਂਗੇ, ਇਹ ਦੇ ਦਿਆਂਗੇ। ਇਹ ਤਾਂ ਟੈਂਪਰੇਰੀ ਗੱਲਾਂ ਨੇ। ਸਾਨੂੰ ਇਹ ਨਹੀਂ ਕਿ ਇਕੱਲਾ ਜਿਹੜੇ ਸ਼ਹੀਦ ਹੋ ਜਾਂਦੇ ਆ ਕਿਸਾਨ ਜਾਂ ਕਿਸਾਨ ਸੁਸਾਈਡ ਕਰ ਜਾਂਦਾ, ਮਜ਼ਦੂਰ ਸੁਸਾਈਡ ਕਰ ਜਾਂਦਾ ਕਿ ਉਸ ਨੂੰ ਮੁਆਵਜ਼ਾ ਰਾਸ਼ੀ ਦੇ ਦਿਓ। ਮੁਆਵਜ਼ਾ ਰਾਸ਼ੀ ਦੇਣਾ ਕੋਈ ਹੱਲ ਨਹੀਂ ਹੈ। ਕਿਸਾਨ ਸੁਸਾਈਡ ਕਿਉਂ ਕਰੇ, ਉਹਨੂੰ ਨੌਬਤ ਹੀ ਨਾ ਆਵੇ, ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਨ ਦੀ ਲੋੜ ਹੈ। ਉਹਦੇ ਲਈ ਸਾਨੂੰ ਠੋਸ ਪਲੈਨਿੰਗ ਕਰਨੀ ਪਏਗੀ, ਕੋਈ ਠੋਸ ਹੈ ਜਿਹੜੀ ਵਿਉਂਤਬੰਦੀ ਹੈ ਉਹ ਬਣਾਉਣੀ ਪਏਗੀ। ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਆਪਣੇ ਭਾਸ਼ਣਾਂ 'ਚ ਕਦੇ ਕਦੇ ਇਹ ਵੀ ਜ਼ਿਕਰ ਕਰਦੇ ਹੁੰਦੇ ਨੇ ਕਿ ਖੇਤੀ ਲਈ ਵੀ ਇੱਕ ਰੋਡ ਮੈਪ ਹੈ ਜਿਹੜਾ ਬਣਾਇਆ ਜਾਣਾ ਜ਼ਰੂਰੀ ਹੈ ਕਿ ਜਿਹਦੇ ਨਾਲ ਇੱਕ ਟਿਕਾਊ ਨੀਤੀ ਬਣੇ।
ਲੰਬੇ ਮਿਆਦ ਵਾਲੀ ਨੀਤੀ ਬਣੇ। ਇਹ ਨਹੀਂ ਕਿ ਅਸੀਂ ਆਪਣੇ 5 ਸਾਲ ਦਾ ਰਾਜ ਪੂਰਾ ਕੀਤਾ ਤੇ ਅਸੀਂ ਉਸ ਮਗਰੋਂ ਕੀ ਲੈ ਕੇ ਨਵੀਂ ਸਰਕਾਰ ਜੋ ਆਵੇ ਜੀ ਉਹ ਕਰੇ। ਤਾਂ ਇਹਦੇ ਲਈ ਲੰਮੀ ਕਿਸਮ ਦੀਆਂ ਜਿਹੜੀਆਂ ਨਵੀਆਂ ਸਾਨੂੰ ਪਲੈਨਿੰਗਾਂ, ਨਵੇਂ ਹਾਲਾਤਾਂ ਦੇ ਮੁਤਾਬਕ ਆਉਣ ਵਾਲੇ ਭਵਿੱਖ ਦੀ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਘੜਨੀਆਂ ਪੈਣਗੀਆਂ, ਜਿਸ ਤਰ੍ਹਾਂ ਦੂਸਰੀਆਂ ਸਰਕਾਰਾਂ ਵੀ ਕਰਦੀਆਂ ਨੇ। ਇੱਕ ਆਪਾਂ ਅਕਸਰ ਜ਼ਿਕਰ ਕਰਦੇ ਹਾਂ MIS ਦਾ। ਜੀ MIS ਦੇ ਵਿੱਚ ਸਕੀਮ ਹੈਗੀ ਸੈਂਟਰ ਦੀ। ਸਾਡੇ ਮੁਲਕ ਦੀਆਂ 9 ਸਟੇਟਾਂ ਇਹ ਸਕੀਮ ਦਾ ਫਾਇਦਾ ਲੈ ਰਹੀਆਂ ਨੇ ਔਰ ਪੰਜਾਬ ਸਰਕਾਰ ਨੂੰ ਕਦੇ ਨਹੀਂ ਔੜੀ ਇਹ ਗੱਲ ਕਿ ਅਸੀਂ ਵੀ ਇਸ ਦੇ ਵਿੱਚ ਫਾਇਦਾ ਲਈਏ। ਉਹ ਹੁੰਦੀ ਹੈ ਕਿ ਜਦੋਂ ਵੀ ਫਲਾਂ ਔਰ ਸਬਜ਼ੀਆਂ ਜਾਂ ਦੂਜੀਆਂ ਫਸਲਾਂ 'ਤੇ ਜਦੋਂ MSP ਤੋਂ ਫਸਲ ਹੇਠਾਂ ਵਿਕਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ MIS ਦੇ ਵਿੱਚ ਜਿਹੜੀ ਸਟੇਟ ਗੌਰਮੈਂਟ ਹੈ ਉਹ ਸੈਂਟਰ ਨੂੰ ਇੱਕ ਰਿਕੁਐਸਟ ਭੇਜ ਸਕਦੀ ਹੈ ਕਿ ਸਾਡੇ ਫਸਲਾਂ ਦੇ ਭਾਅ ਹੈ ਜਿਹੜੇ ਥੱਲੇ ਚਲੇ ਗਏ, ਅਸੀਂ ਖਰੀਦਣਾ ਚਾਹੁੰਦੇ ਹਾਂ। ਉਹਦੇ ਵਿੱਚ ਕੀ ਹੁੰਦੀ ਹੈ ਕਿ ਸੈਂਟਰ ਗੌਰਮੈਂਟ ਵੀ 50% ਸ਼ੇਅਰ ਪਾਉਂਦੀ ਹੈ, 50% ਸ਼ੇਅਰ ਹੈ ਜਿਹੜੀ ਸਟੇਟ ਗੌਰਮੈਂਟ ਪਾਉਂਦੀ ਹੈ। ਤਾਂ ਉਹਦੇ ਨਾਲ ਕੀ ਕਿ ਫਸਲਾਂ ਦਾ ਜਿਹੜਾ ਕਿਸਾਨਾਂ ਨੂੰ ਇੱਕ ਢਾਰਸ ਮਿਲਦੀ ਹੈ, ਜਿਹੜੀਆਂ ਕੀਮਤਾਂ ਉਹ ਬਰਕਰਾਰ ਰਹਿੰਦੀਆਂ ਨੇ ਜਾਂ ਉਹਨਾਂ ਨੂੰ ਉਛਾਲ ਮਿਲਦਾ ਹੈਗਾ। ਤਾਂ ਇਹ ਸਕੀਮ ਦਾ ਪੰਜਾਬ ਨੇ ਕਦੇ ਨਹੀਂ ਫਾਇਦਾ ਲਿਆ। ਹਾਲਾਂਕਿ JNK ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਕਹਿ ਲਓ ਕਿ ਜਦੋਂ ਸੇਬ ਦਾ ਭਾਅ ਗਿਰਦਾ ਤਾਂ ਉੱਥੋਂ ਦੀ ਸਰਕਾਰ ਨੇ ਇੱਕ ਬਹੁਤ ਵਾਰੀ ਇਹਦਾ ਫਾਇਦਾ ਲਿਆ। ਜਾਂ ਕਰਨਾਟਕਾ ਦੇ ਵਿੱਚ ਟਮਾਟਰਾਂ ਦੀ ਫਸਲ ਦਾ ਕਈ ਵਾਰੀ ਇਸ ਤਰ੍ਹਾਂ ਦੇ ਹਾਲਾਤ, ਉਹਨਾਂ ਨੇ ਬਹੁਤ ਫਾਇਦਾ ਲਿਆ ਇਸ ਗੱਲ ਦਾ। ਪੰਜਾਬ ਸਰਕਾਰ ਕਦੇ ਇਸ ਪਾਸੇ ਜਿਹੜੀ ਹੈਗੀ ਹੈ ਉਹਨਾਂ ਨੇ ਕਦੇ ਕੋਈ ਪੈਂਤੜਾ ਜਾਂ ਸੈਕਟਰ ਨੂੰ ਕਦੇ ਲੈਟਰ ਨਹੀਂ ਲਿਖਿਆ, ਇਸ ਸਕੀਮ ਦਾ ਲਾਹਾ ਨਹੀਂ ਲਿਆ। ਇਸ ਤਰ੍ਹਾਂ ਜਿਹੜੀਆਂ ਹੋਰ ਸਟੇਟਾਂ ਸਾਡੇ ਸਾਹਮਣੇ ਹੈਗੀਆਂ ਨੇ, ਬਹੁਤ ਸਾਰੇ ਕਦਮ ਚੁੱਕਦੀਆਂ ਕਿਸਾਨਾਂ ਦੇ ਭਲੇ ਲਈ, ਪਰ ਸਾਡੀ ਪੰਜਾਬ ਸਰਕਾਰ ਨੂੰ ਤਾਂ ਇਹ ਹੁੰਦਾ ਕਿ ਅਸੀਂ CCL ਵੱਲ ਦੇਖਦੇ ਰਹੇ ਨੇ ਕਿ ਕ੍ਰੈਸ਼ ਕ੍ਰੈਡਿਟ ਲਿਮਟ ਮਿਲ ਗਈ ਸਾਨੂੰ, ਅਸੀਂ ਝੋਨਾ ਖਰੀਦ ਲਿਆ, ਅਸੀਂ ਕਣਕ ਖਰੀਦ ਲਈ, ਅਸੀਂ ਦਾਣਾ ਚੁਕਾ ਦਿੱਤਾ। ਸਾਨੂੰ ਲੱਗਦਾ ਕਿ ਸਾਡੀ ਡਿਊਟੀ ਇੰਨੀ ਕੁ ਹੈਗੀ ਆ, ਇਸ ਤੋਂ ਅਗਾਂਹ ਸਾਡੀ ਪੰਜਾਬ ਸਰਕਾਰ ਨੇ ਕਦੇ ਸੋਚਿਆ ਹੀ ਨਹੀਂ। ਸਾਨੂੰ ਕ੍ਰੌਪ ਡਾਈਵਰਸੀਫਿਕੇਸ਼ਨ ਬਾਰੇ ਨੀਤੀ ਬਣਾਉਣੀ ਪਏਗੀ, ਲੋਕਾਂ ਨੂੰ ਇਸ ਗੇੜ ਦੇ ਵਿੱਚੋਂ ਕੱਢਣਾ ਪਏਗਾ ਕਿ ਉਹਦੀ ਜਿਵੇਂ ਆਪਾਂ ਕਹਿ ਦਈਏ ਕਿ ਪ੍ਰੋਡਕਸ਼ਨ 'ਤੇ ਫੋਕਸ ਕਰਨਾ ਪਏਗਾ, ਪ੍ਰੋਕਿਉਰਮੈਂਟ 'ਤੇ ਫੋਕਸ ਕਰਨਾ ਪਏਗਾ, ਪ੍ਰਾਈਸਸ 'ਤੇ ਫੋਕਸ ਕਰਨਾ ਪਏਗਾ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਸਾਨੂੰ ਅੱਗੇ ਜਿਹੜੀ ਨਵੀਂ ਵਿਉਂਤ ਹੈ, ਜਿਹੜੀ ਯੋਜਨਾ ਬਣਦੀ ਆ, ਉਹ ਕਰਨੀ ਪਏਗੀ। ਦੂਜੀਆਂ ਸੂਬਾ ਸਰਕਾਰਾਂ ਬਹੁਤ ਇਸ ਕਿਸਮ ਦੇ ਐਲਾਨ ਕਰਦੀਆਂ ਜਾਂ ਫੈਸਲੇ ਡਿਸੀਜ਼ਨ ਉਹਨਾਂ ਨੇ ਲਏ ਨੇ। ਜਿਵੇਂ ਤੇਲੰਗਾਨਾ ਸਰਕਾਰ ਹੈ, ਉਹ ਉੱਥੋਂ ਆਪਣੇ ਜਿਹੜਾ ਫਾਰਮਰ ਫੈਮਿਲੀ ਆ, ਹਰ ਫਾਰਮਰ ਫੈਮਿਲੀ ਨੂੰ 10,000 ਰੁਪਇਆ ਦਿੰਦੀ ਹੈ ਐਨੂਅਲੀ। ਇਸ ਤਰ੍ਹਾਂ ਆਂਧਰਾ ਗੌਰਮੈਂਟ ਹੈਗੀ ਹੈ, ਉਹ 7500 ਦਿੰਦੀ ਹੈਗੀ ਹੈ। ਇਸ ਤਰ੍ਹਾਂ ਤੁਹਾਡੀ ਝਾਰਖੰਡ ਹੈਗੀ ਹੈ ਜਾਂ ਵੈਸਟ ਬੰਗਾਲ ਹੈ, ਉਹ ਐਨੂਅਲੀ 5,000 ਰੁਪਇਆ ਜਿਹੜੇ ਆਪਣੇ ਕਿਸਾਨਾਂ ਨੂੰ ਦਿੰਦੇ ਨੇ। ਇਸ ਤੋਂ ਇਲਾਵਾ ਹਰਿਆਣਾ ਨੇ ਵੀ ਕੀਤਾ ਸੀ ਕਿ 6,000 ਰੁਪਇਆ ਉਹ ਦਿੰਦੇ ਸੀ। CM ਨੇ ਆਪਣੀ ਯੋਜਨਾ ਬਣਾਈ ਸੀਗੀ। ਤਾਂ ਪੰਜਾਬ ਸਰਕਾਰ ਵੀ ਇਸ ਕਿਸਮ ਦੀ ਬਣਾ ਸਕਦੀ। ਮੈਂ ਮੀਟਿੰਗ ਦੇ ਵਿੱਚ ਪੈਨਸ਼ਨ ਸਕੀਮ ਬਾਰੇ ਗੱਲ ਚੱਲੀ ਸੀ। ਉੜੀਸਾ ਦੀ ਕਾਲੀਆ ਸਕੀਮ ਹੈ, ਇੱਕ ਬਹੁਤ ਵਧੀਆ 4,000 ਰੁਪਏ ਕਿਸਾਨ। ਚਾਹੇ ਇਹ ਠੀਕ ਹੈ ਕਿ ਇੱਕ ਢਾਰਸ ਤਾਂ ਬਣਦਾ ਹੈ ਕਿਸਾਨਾਂ ਲਈ, ਤੁਸੀਂ ਸ਼ੋਅ ਤਾਂ ਕਰਦੇ ਹੋ। ਅਸੀਂ ਸਟੇਟ ਗੌਰਮੈਂਟ ਬਣੀ ਕਿਸਾਨਾਂ ਨੂੰ ਕੀ ਦੇ ਰਹੇ ਹਾਂ? ਅਸੀਂ ਮੁਆਵਜ਼ਾ ਦੇ ਕੇ ਮੁਆਵਜ਼ੇ 'ਚ ਵਾਧਾ ਕਰਕੇ ਸੁਰਖਰੂ ਹੋ ਜਾਂਦੇ ਹਾਂ, ਪਰ ਅਸਲੀ ਇਲਾਜ ਤਾਂ ਨਹੀਂ ਹੁੰਦਾ ਗਾ ਨਾ। ਸੋ ਹੁਣ ਇਹ ਟਾਈਮ ਗਿਆ, ਕਿਸਾਨ ਘੋਲ ਨੇ ਇਹ ਸਾਬਤ ਕਰ ਦਿੱਤਾ, ਜਾਂ ਕਿਸਾਨ ਹੈ ਜਿੰਨੇ ਹੁਣ ਜਾਗਰੂਕ ਹੋਏ ਨੇ, ਤਾਂ ਹੁਣ ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਹੁਣ ਸਾਡੀ ਇਹ ਢਿੱਲ ਮੱਠ ਵਾਲੀ ਪਾਲਿਸੀ ਜਾਂ ਡੰਗ ਟਪਾਊ ਨੀਤੀਆਂ ਜਿਹੜੀਆਂ ਹੁਣ ਚੱਲਣਗੀਆਂ ਨੇ। ਹੁਣ ਕਿਸਾਨੀ ਲਈ ਇੱਕ ਠੋਸ ਹੈ ਜਿਹੜੀ ਨੀਤੀ ਬਣਾਉਣੀ ਪਏਗੀ। ਔਰ ਤੁਹਾਡੇ ਦੇਖਦੇ ਜਾਵੇ ਪੰਜਾਬ ਦੇ ਵਿੱਚ ਕਿਸਾਨ ਹੈ ਜਿਹੜੇ, ਉਹ ਇੱਥੇ ਸੈਂਟਰ ਸਰਕਾਰ ਨੂੰ ਮਜਬੂਰ ਕੀਤਾ। ਆਉਣ ਵਾਲੇ ਟਾਈਮ ਦੇ ਵਿੱਚ ਗੇਂਦ ਹੁਣ ਪੰਜਾਬ ਸਰਕਾਰ ਦੇ ਪਾਲੇ ਵਿੱਚ, ਇਹਨਾਂ ਨੂੰ ਵੀ ਜਿਹੜਾ ਮਜਬੂਰ ਕਰਨਗੇ ਉਸ ਤਰ੍ਹਾਂ। ਚਰਨਜੀਤ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਇਹ ਸੰਘਰਸ਼ ਚੱਲਿਆ ਇੰਨਾ ਲੰਬਾ, ਇਸ ਦੀ ਸ਼ੁਰੂਆਤ ਪੰਜਾਬ ਦੀ ਧਰਤੀ ਤੋਂ ਹੋਈ ਸੀ। ਅਸੀਂ ਜਾਣਨਾ ਚਾਹਾਂਗੇ ਇਸ ਜਿੱਤ ਤੋਂ ਬਾਅਦ ਪੰਜਾਬ 'ਤੇ ਇਸ ਜਿਹੜੇ ਅੰਦੋਲਨ ਦੀ ਜਿੱਤ ਹੋਈ ਹੈ ਉਸ ਦਾ ਅਸਰ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ? ਦੇਖੋ, ਸਾਡਾ ਤਾਂ ਜਿਹੜਾ ਇਤਿਹਾਸ ਹੈ ਜਾਂ ਸਾਡੀ ਵਿਰਾਸਤ ਹੈ ਉਹ ਇੰਨੀ ਗੌਰਵਮਈ ਹੈ ਕਿ ਸਾਨੂੰ ਉਹ ਪ੍ਰੇਰਨਾ ਦਿੰਦੀ ਹੈ। ਅਸੀਂ ਉੱਥੋਂ ਪ੍ਰੇਰਨਾ ਲੈਂਦੇ ਹਾਂ। ਸਾਡਾ ਸਿੱਖ ਇਤਿਹਾਸ ਆ, ਉੱਥੋਂ ਪ੍ਰੇਰਨਾ ਲੈਂਦੇ ਹਾਂ। ਤਾਂ ਇਹ ਸਾਰੀਆਂ ਚੀਜ਼ਾਂ ਇਹਦਾ ਧਰਾਤਲ ਬਣੀਆਂ ਨੇ, ਇਸ 'ਤੇ ਠੋਸ ਆਧਾਰ ਬਣੀਆਂ ਨੇ ਇਹਨਾਂ ਚੀਜ਼ਾਂ ਦਾ। ਅਤੇ ਵੱਡੀ ਜੰਗ ਹੈ ਜਿਹੜੀ ਉਹ ਕਿਸਾਨਾਂ ਨੇ ਜਾਂ ਉਹਦੇ ਭਰਾਤਰੀ ਧਿਰਾਂ ਜਿਹੜੀਆਂ ਮਜ਼ਦੂਰ ਹੈ, ਹੋਰ ਭਾਈਚਾਰੇ ਹੈ, ਉਹਨਾਂ ਨੇ ਇਕੱਠੇ ਹੋ ਕੇ ਲੜੀ ਹੈਗੀ ਹੈ। ਤਾਂ ਇਹਦਾ ਜਿੱਥੋਂ ਤੱਕ ਅਸਰ ਦੀ ਗੱਲ ਹੈਗੀ ਆਤਿਸ਼, ਅਸਰ ਤਾਂ ਸਾਨੂੰ ਬਹੁਤ ਦੂਰ ਅੰਦੇਸ਼ੀ ਦੇਖਣ ਨੂੰ ਮਿਲਣਗੇ। ਪੰਜਾਬ ਬਾਰੇ ਜਿਹੜਾ ਇੱਕ ਪੰਜਾਬ ਦੇ ਮੱਥੇ 'ਤੇ ਇੱਕ ਦਾਗ ਲੱਗ ਗਿਆ ਸੀਗਾ ਕਿ ਪੰਜਾਬ ਤਾਂ ਨਸ਼ੇੜੀ ਹੈ, ਪੰਜਾਬ ਤਾਂ ਬਾਹਰ ਜਾ ਰਿਹਾ ਹੈਗਾ, ਜਾਂ ਪੰਜਾਬ ਦੇ ਲੋਕਾਂ 'ਚੋਂ ਤੰਤ ਨਹੀਂ ਰਿਹਾ। ਤਾਂ ਲੋਕਾਂ ਨੇ ਅੱਜ, ਜਿਵੇਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਇਹ ਸੰਘਰਸ਼ ਦੀ ਮੋਹੜੀ ਗੰਢ ਕੇ ਪੰਜਾਬ ਦੀ ਧਰਤੀ ਤੋਂ ਇਹ ਕਿਸਾਨ ਘੋਲ ਹੈ ਜਿਹੜਾ ਅੰਦੋਲਨ ਹੈ ਉਹ ਸ਼ੁਰੂ ਹੋਇਆ ਸੀ। ਉਸ ਤੋਂ ਬਾਅਦ ਹੀ ਹਰਿਆਣਾ ਦੀ ਜਾਗ ਖੁੱਲ੍ਹੀ ਸੀ, ਵੈਸਟਰਨ ਯੂਪੀ ਦੀ ਬਾਕੀ ਸਟੇਟਾਂ ਜਾਂ ਰਾਜਸਥਾਨ ਨਾਲ ਜੁੜੀਆਂ ਸੀ। ਤਾਂ ਪੰਜਾਬ ਦਾ ਇੱਕ ਤਾਂ ਸਿਰ ਉੱਚਾ ਹੋਇਆ, ਕਿਉਂਕਿ ਪੰਜਾਬ ਨੇ ਪੂਰੀ ਦੁਨੀਆ ਨੂੰ ਇੱਕ ਦਿਖਾਇਆ ਹੈਗਾ, ਆਪਣਾ ਰੰਗ ਦਿਖਾਇਆ ਹੈਗਾ ਕਿ ਅਸੀਂ ਅਜੇ ਮਰੇ ਨਹੀਂ, ਅਸੀਂ ਜਿਉਂਦੇ ਹੈਗੇ ਹਾਂ। ਤਾਂ ਪੰਜਾਬ ਨੂੰ ਹੁਣ ਜਿੱਥੇ ਇੱਕ ਪੁਨਰ ਸਿਰਜਣਾ ਦੀ ਲੋੜ ਪਏਗੀ ਪੰਜਾਬ ਦੀ ਕਰਨ ਦੀ, ਪੰਜਾਬ ਦਾ ਜਿੱਥੇ ਮਾਣ ਵਧਿਆ ਇਹਦੇ ਨਾਲ,
ਉੱਥੇ ਅੰਨਦਾਤਾ ਦਾ ਮਾਣ ਵੀ ਵਧਿਆ ਹੈ। ਕਿਸਾਨੀ ਪ੍ਰਤੀ, ਅੰਨਦਾਤੇ ਪ੍ਰਤੀ, ਖਾਸ ਕਰਕੇ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਜਾਂ ਸ਼ਹਿਰੀ ਲੋਕ ਹੈ ਜਿਹੜੇ ਅੰਨਦਾਤੇ ਦੀ ਇਸ ਘਾਲਣਾ ਤੋਂ ਅਣਜਾਣ ਸੀ, 1 ਸਾਲ ਦੇ ਸੰਘਰਸ਼ ਦੇ ਵਿੱਚ ਜਿਹੜੀ ਕਿਸਾਨ ਦੀ ਛਵੀ ਹੈ ਉਹਦੇ ਵਿੱਚ ਬੜਾ ਇੰਪਰੂਵਮੈਂਟ ਹੋ। ਉਹਨਾਂ ਨੂੰ ਲੱਗਿਆ ਕਿ ਅਸਲੀ ਜਿਹੜੇ ਅੰਨਦਾਤਾ ਹੈ, ਜਿਹੜੇ ਪੀਜ਼ਾ ਬਰਗਰ ਖਾਣ ਵਾਲੇ ਲੋਕ ਸੀਗੇ, ਜਿਨ੍ਹਾਂ ਨੂੰ ਉਹ ਅਣਜਾਣ ਸੀ, ਅਨਭਿੱਜ ਸੀ ਇਹਨਾਂ ਗੱਲਾਂ ਤੋਂ, ਤਾਂ ਜਿਹੜੀ ਅੰਨਦਾਤੇ ਦਾ ਜਿਹੜਾ ਸਿਰ ਉੱਚਾ ਹੋਇਆ, ਉਹਦੇ ਜਿਹੜੇ ਮਾਨ ਸਤਿਕਾਰ, ਉਹਦੀ ਇੱਜ਼ਤ ਮਾਨ ਦੇ ਵਿੱਚ ਵਾਧਾ ਹੋਇਆ ਹੈ। ਜੀ ਹੁਣ ਤੁਸੀਂ ਵੀ ਨੋਟਿਸ 'ਤੇ ਗੱਲ ਕੀਤੀ ਹੋਏਗੀ ਕਿ ਬਹੁਤ ਸਾਰੇ ਜਿਹੜੇ ਫੰਕਸ਼ਨ ਸ਼ਹਿਰਾਂ ਦੇ ਵਿੱਚ ਹੋ ਰਹੇ ਨੇ ਜਾਂ ਪਿੰਡਾਂ ਦੇ ਵਿੱਚ ਹੋ ਰਹੇ ਨੇ, ਉੱਥੇ ਜਿਹੜੇ ਚੀਫ ਗੈਸਟ ਹੈ ਹੁਣ ਕਿਸਾਨ ਆਗੂਆਂ ਨੂੰ ਬਣਾਇਆ ਜਾਂਦਾ ਹੈਗਾ। ਹੁਣ ਬਹੁਤ ਸਾਰੇ ਨੇਤਾਵਾਂ ਨੂੰ ਪਿੰਡਾਂ ਦੇ ਵਿੱਚ ਟੂਰਨਾਮੈਂਟ ਚੱਲ ਰਹੇ ਨੇ, ਹੋਰ ਸਮਾਗਮ ਹੁੰਦੇ ਨੇ, ਤਾਂ ਹਰ ਬੰਦਾ ਇਹ ਫਖਰ ਮਹਿਸੂਸ ਕਰਦਾ ਹੈ ਕਿ ਸਾਡੇ ਜੀ ਰਾਜੇਵਾਲ ਆਇਆ ਹੈ, ਸਾਡੇ ਜੀ ਉਗਰਾਹਾਂ ਆਇਆ ਹੈ, ਸਾਡੇ ਜੀ ਬੂਟਾ ਸਿੰਘ ਆਏ ਹੈ। ਜੀ ਬਿਲਕੁਲ, ਹੈ ਨਾ। ਇਹ ਸਾਰੀਆਂ ਚੀਜ਼ਾਂ ਦਾ ਨੋਟਿਸ ਤੁਸੀਂ ਕਰ ਰਹੇ ਹੋ ਸੋਸਾਇਟੀ ਦੇ ਵਿੱਚ। ਇਹ ਸਾਰਾ ਇੱਕ ਤਰ੍ਹਾਂ ਦਾ ਬਦਲਾਓ ਹੈ, ਜਿੱਥੇ ਅੰਨਦਾਤੇ ਨੂੰ ਇੱਜ਼ਤ ਮਾਨ ਸਤਿਕਾਰ ਮਿਲਿਆ ਹੈਗਾ, ਉੱਥੇ ਪੰਜਾਬ ਨੂੰ ਇੰਨਾ ਮਾਨ ਸਤਿਕਾਰ ਮਿਲਿਆ, ਇੰਨੀ ਚੇਤਨਾ ਦਾ ਪਸਾਰ ਹੋਇਆ। ਹੁਣ ਪੰਜਾਬ ਹੈ, ਜਿਹੜੇ ਪੰਜਾਬ ਦੀ ਜਿਹੜੀ ਸਿਆਸੀ ਧਿਰਾਂ ਜਾਂ ਆਗੂ ਨੇ, ਉਹਨਾਂ ਨੂੰ ਬੜਾ ਧੜਕੂ ਲੱਗਿਆ ਹੋਇਆ। ਉਹਨਾਂ ਨੂੰ ਲੱਗਦਾ ਕਿ ਉੱਥੇ ਤਾਂ ਮੋਰਚਾ ਜਿਹੜਾ ਫਤਿਹ ਹੋ ਗਿਆ ਇਹਨਾਂ ਦਾ, ਅਤੇ ਉਹ ਸਾਰੇ ਇਸ ਤਰ੍ਹਾਂ ਬਿਊਰੋਕਰੇਸੀ ਡਰੀ ਹੋਈ ਹੈ, ਕਿਉਂਕਿ ਲੋਕਾਂ ਦੇ ਵਿੱਚ ਇੰਨੀ ਚੇਤਨਾ ਆ ਗਈ ਹੈ। ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਏ ਨੇ। ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਐਵੇਂ ਹੁਣ ਤੱਕ ਜਿਹੜੇ ਪੋਲੀਟੀਕਲ ਲੀਡਰਾਂ ਦੇ ਪਿੱਛੇ ਉਹ ਘੁੰਮਦੇ ਰਹੇ ਜੀ ਕਿ ਸਾਨੂੰ ਕੁਛ ਇਹ ਸਾਡਾ ਹੱਲ ਕਰਨਗੇ, ਪਰ ਲੋਕ ਚਾਹੁਣ, ਇਹ ਮੋਰਚੇ ਨੇ ਦਿਖਾ ਦਿੱਤਾ ਕਿ ਲੋਕ ਚਾਹੁਣ ਤਾਂ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਹੈ ਜਿਹੜੇ ਉਹ ਖੁਦ ਕਰ ਸਕਦੇ ਨੇ, ਆਪਸੀ ਏਕੇ ਨਾਲ। ਹੁਣ ਇਸ ਘੋਲ ਦਾ ਮੰਤਰ ਵੀ ਤਾਂ ਇਹੀ ਸੀ, ਬਿਲਕੁਲ, ਕਿ ਇਹ ਯੂਨਿਟੀ ਸੀ। ਨਹੀਂ ਐਡਾ ਲੰਬਾ ਘੋਲ ਕਿਤੇ ਲੜਿਆ ਜਾਣਾ ਸੀ, ਕਿੱਥੇ ਸਰਕਾਰ ਅੱਗੇ, ਏਡੀ ਸਰਕਾਰ, ਇਸ ਕਿਸਮ ਦੀ ਹਕੂਮਤ ਅੱਗੇ ਜਿਹਨੇ ਪੈਰ ਪੈਰ 'ਤੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀ ਚਾਲਾਂ ਜਾਂ ਸਾਜ਼ਿਸ਼ਾਂ ਰਚੀਆਂ ਸੀਗੀਆਂ, ਔਰ ਪੀਸਫੁਲੀ ਸਾਰਾ ਘੋਲ ਹੈ ਜਿਹੜਾ ਉਹ ਲੜਿਆ ਗਿਆ। ਤਾਂ ਇਹ ਮੰਤਰਾਂ ਦੇ ਵਿੱਚੋਂ ਸਾਡੇ ਜਿਹੜੇ ਉੱਥੇ ਪਾਰਟੀਸਪੇਟ ਕਰਨ ਵਾਲੇ ਫਾਰਮਰ ਸੀ, ਉਹਨਾਂ ਨੇ ਬਹੁਤ ਕੁਝ ਲਰਨ ਕੀਤਾ ਹੈ। ਔਰ ਇਹ ਜਿਹੜਾ ਲਰਨ ਕੀਤਾ ਹੈ, ਇਹ ਆਉਣ ਵਾਲੇ ਟਾਈਮ ਵਿੱਚ ਐਂ ਨਹੀਂ ਕਿ ਇਕੱਲੇ ਸਿਆਸੀ ਧਿਰਾਂ ਨੂੰ ਇਸ ਗੱਲ ਦੀ ਔਖ ਹੋਏਗੀ। ਜਿਹੜੀ ਸਾਡੀਆਂ ਕਿਸਾਨ ਯੂਨੀਅਨਾਂ ਨੇ, ਉਹਨਾਂ ਦੇ ਜਿਹੜੇ ਮੇਨ ਆਗੂ ਨੇ, ਜਦੋਂ ਉਹ ਫੈਸਲਾ ਲਿਆ ਕਰਨਗੇ, ਜ਼ਰੂਰੀ ਨਹੀਂ ਕਿ ਉਹ ਹੇਠਲਾ ਤਬਕਾ ਮੰਨਿਆ ਕਰੇਗਾ, ਕਿਉਂਕਿ ਇੰਨੇ ਕੁ ਤਾਂ ਚੇਤਨ ਹੋਏ ਨੇ, ਉਹ ਲੌਜੀਕਲੀ ਗੱਲ ਕਰਿਆ ਕਰਨਗੇ। ਪਹਿਲਾਂ ਉਹ ਸਧਾਰਨਿਕ ਤਰੀਕੇ ਨਾਲ ਗੱਲ ਕਰਦੇ ਸੀ, ਹੁਣ ਉਹ ਪੋਲੀਟੀਕਲ ਲੀਡਰਾਂ ਅੱਗੇ ਵੀ ਉਹ ਆਪਣਾ ਲੌਜਿਕ ਰੱਖਣਗੇ, ਆਪਣੇ ਆਗੂਆਂ ਅੱਗੇ ਵੀ ਲੌਜਿਕ ਰੱਖਣਗੇ। ਮਤਲਬ ਆਪਾਂ ਕਹਿ ਦਈਏ ਕਿ ਡੈਮੋਕ੍ਰੇਟਿਕ ਸੈਟਅਪ ਦਾ ਇੱਕ ਤਰ੍ਹਾਂ ਦਾ ਪਸਾਰ ਕੀਤਾ ਹੈ ਕਿਸਾਨ ਘੋਲ ਨੇ। ਜਮਹੂਰੀਅਤ ਦੀ ਵੀ ਜਿਹੜੀ ਇੱਜ਼ਤ ਮਾਨ ਹੈ, ਉਹਦੇ ਵਿੱਚ ਵੀ ਆਤਿਸ਼ਿਕ ਤਰੀਕੇ ਨਾਲ ਵਾਧਾ ਹੋਇਆ ਹੈ। ਫੈਡਰਲਿਜ਼ਮ ਦੀ ਜਿਹੜੀ ਧਾਰਨਾ ਹੈ, ਉਹ ਇਹਦੇ ਨਾਲ ਮਜ਼ਬੂਤ ਹੋਈ ਹੈ, ਕਿਉਂਕਿ ਖੇਤੀ ਕਾਨੂੰਨ ਤਾਂ ਸਿੱਧਾ ਸਾਡੇ ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਇੱਕ ਤਰ੍ਹਾਂ ਦਾ ਦਖਲ ਸੀ। ਖੇਤੀ ਹੈ ਜਿਹੜੀ ਉਹ ਸਾਡਾ ਸਟੇਟ ਸਬਜੈਕਟ ਹੈਗਾ, ਉਸ ਨੂੰ ਵੀ ਜਿਹੜੀ ਇੱਕ ਮਜ਼ਬੂਤੀ ਮਿਲੀ ਹੈ ਇਸ ਚੀਜ਼ ਨਾਲ। ਇਹ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਕਿਸਾਨ ਘੋਲ ਦੇ ਦੌਰਾਨ ਮਿਲੀਆਂ ਨੇ। ਬਹੁਤ ਸਾਰੇ ਲੋਕ ਆ ਵਿਚਾਰੇ ਪਿੰਡਾਂ ਦੇ, ਜਿਹੜੇ ਡੇ 1 ਤੋਂ ਉੱਥੇ ਬੈਠੇ ਨੇ। ਤੁਸੀਂ ਇਮੈਜਨ ਨਹੀਂ ਕਰ ਸਕਦੇ। ਕੁਛ ਲੋਕ ਤਾਂ ਉਹ ਨੇ ਕਿ ਜਿਹੜੀ ਜੰਗ ਹੈ ਉਹ ਸਿੱਧੇ ਤੌਰ 'ਤੇ ਲੜੀ ਜਿਨ੍ਹਾਂ ਨੇ 1 ਸਾਲ। ਬਹੁਤ ਸਾਰੇ ਲੋਕ ਹੈ ਜਿਹੜੇ ਲੁਕਵੇਂ ਰੂਪ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਬੈਠ ਕੇ ਜੰਗ ਲੜਦੇ ਰਹੇ। ਜਿਸ ਤਰ੍ਹਾਂ ਮੈਂ ਕੋਟ ਕਰਨਾ ਚਾਹਾਂਗਾ ਕਿ ਅਬੋਹਰ ਦਾ ਇੱਕ ਕਾਬਲ ਸਿੰਘ ਨਾਂ ਦਾ ਨੌਜਵਾਨ ਹੈਗਾ, ਉਹ 1 ਸਾਲ ਤੋਂ ਉੱਥੇ ਬੈਠਾ ਹੈ ਜੀ। ਉਸਦੀ 21 ਸਾਲ ਦੀ ਧੀ ਗੁਜ਼ਰ ਗਈ, ਉਹ ਤਾਂ ਆਇਆ ਜੀ। ਉਹਦਾ ਬਾਪ ਗੁਜ਼ਰ ਗਿਆ, ਉਹ ਫੇਰ ਆਇਆ। ਉਹਦੀ ਮਾਂ ਗੁਜ਼ਰ ਗਈ, ਉਹ ਫੇਰ ਆਇਆ। ਉਹਦੇ ਕੋਲ 2-2.5 ਏਕੜ ਜ਼ਮੀਨ ਹੈਗੀ ਹੈ। ਦੇਖ ਲਓ ਉਹਦਾ ਕਿੰਨਾ ਸਿਰੜ ਹੋਏਗਾ। ਉਹਨੇ ਆਪਣਾ ਸਾਰਾ ਪਰਿਵਾਰ ਗਵਾ ਲਿਆ। ਹੁਣ ਪਤਨੀ ਆ, ਉਹ ਸ਼ੂਗਰ ਦੀ ਮਰੀਜ਼ ਹੈਗੀ ਹੈ, ਇੱਕ ਛੋਟਾ ਬੱਚਾ ਹੈ, ਉਹ ਘਰ ਸੰਭਾਲ ਰਹੇ ਨੇ। ਤਾਂ ਇਹ ਜਿੰਨਾ ਯੋਗਦਾਨ ਉਹ ਮੋਰਚੇ 'ਚ ਬੈਠੇ ਬਾਕੀ ਲੋਕਾਂ ਦਾ ਹੈ, ਉਨਾ ਹੀ ਯੋਗਦਾਨ ਕਾਬਲ ਸਿੰਘ ਦੀ ਪਤਨੀ ਦਾ ਔਰ ਉਹਦੇ ਛੋਟੇ ਬੱਚੇ ਦਾ ਵੀ ਹੈਗਾ। ਬਿਲਕੁਲ। ਕਿੰਨੀਆਂ ਮਾਵਾਂ ਨੇ ਜਿਹੜੀਆਂ ਘਰਾਂ 'ਚ ਬੈਠ ਕੇ ਅਰਦਾਸ ਕਰਦੀਆਂ ਰਹੀਆਂ, ਜਿਨ੍ਹਾਂ ਨੇ ਆਪਣੇ ਪੁੱਤਾਂ ਨੂੰ, ਆਪਣੇ ਪਤੀਆਂ ਨੂੰ ਮੋਰਚੇ 'ਚ ਤੋਰਿਆ। ਆਪ ਘਰਾਂ 'ਚ ਬੈਠ ਕੇ ਇਕੱਲਿਆਂ ਨੇ ਜੰਗ ਲੜੀ, ਇਕਲਾਪਾ ਕੱਟਿਆ। ਚੁੱਗੇ ਕਲਾਂ ਦਾ ਇੱਕ ਨੌਜਵਾਨ ਦੱਸ ਰਿਹਾ ਸੀ, ਯਾਦਵਿੰਦਰ, ਕਿ ਮੈਂ ਮੋਰਚੇ ਦੇ ਵਿੱਚ ਡੇ 1 ਤੋਂ ਇੱਕ ਟਰਾਲੇ ਦੇ ਵਿੱਚ ਬੈਠ ਕੇ ਆਇਆ ਸੀ ਪਿੰਡੋਂ, ਔਰ ਇਹ ਸਹੁੰ ਖਾ ਕੇ ਆਇਆ ਸੀਗਾ ਕਿ ਇਸ ਟਰਾਲੇ ਦੇ ਵਿੱਚ ਹੀ ਵਾਪਸ ਆਵਾਂਗਾ। ਜੇ ਜਿੱਤ ਗਿਆ ਤਾਂ ਭੰਗੜਾ ਪਾਉਂਦਾ ਆਵਾਂਗਾ, ਜੇ ਗੁਜ਼ਰ ਗਿਆ ਤਾਂ ਮੇਰੀ ਲਾਸ਼ ਇਸ ਟਰਾਲੇ ਦੇ ਵਿੱਚ ਵਾਪਸ ਆਏਗੀ। ਉਹ ਕਹਿੰਦਾ ਮੈਂ ਆਪਣੀ ਸਾਰੀ ਜਿੱਤ ਦਾ ਸਿਹਰਾ ਜਿਹੜਾ ਆਪਣੀ ਪਤਨੀ ਨੂੰ ਦਿੰਦਾ। ਉਹਦੀ ਪਤਨੀ ਉਹਦੇ ਜਾਣ ਪਿੱਛੋਂ ਬਿਮਾਰ ਰਹੀ 10 ਦਿਨ ਜੀ। ਉਸਨੇ ਆਪਣੇ ਪਤੀ ਨੂੰ ਦੱਸਿਆ ਨਾ, ਕਿ ਜੇ ਮੈਂ ਦੱਸ ਦਿੱਤਾ ਕਿਤੇ ਉਹ ਵਾਪਸ ਨਾ ਆ ਜਾਵੇ ਤਾਂ ਇਹਨਾਂ ਬੀਬੀਆਂ ਦੀ, ਇਹਨਾਂ ਭੈਣਾਂ ਦਾ ਯੋਗਦਾਨ ਵੀ ਜਿਹੜੇ ਦਿੱਲੀ ਸਿੰਘੂ ਮੋਰਚੇ 'ਚ ਬੈਠੇ, ਗਾਜ਼ੀਪੁਰ ਬੈਠੇ ਨੇ, ਟਿਕਰੀ ਬੈਠੇ, ਉਹਨਾਂ ਨਾਲੋਂ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਸੋ ਜਿੱਥੇ ਇੰਨੀਆਂ ਭਾਵਨਾਵਾਂ ਰਲੀਆਂ ਹੋਣ, ਇੰਨੀ ਸਾਂਝੀਵਾਲਤਾ ਹੋਵੇ, ਇੰਨਾ ਏਕਾ ਹੋਵੇ, ਇੰਨੇ ਇਮੋਸ਼ਨਜ਼ ਜੁੜੇ ਹੋਣ,
ਤਾਂ ਉੱਥੇ ਜਿੱਥੇ ਇਹ ਮੋਦੀ ਨੂੰ ਮਜਬੂਰ ਕੀਤਾ ਹੈ ਖੇਤੀ ਕਾਨੂੰਨ ਵਾਪਸ ਲੈਣ ਲਈ, ਤਾਂ ਆਉਣ ਵਾਲੇ ਦਿਨਾਂ 'ਚ ਪੰਜਾਬ ਹੈ ਇੱਕ ਵੱਖਰੀ ਕਿਸਮ ਦਾ ਪੰਜਾਬ ਸਾਨੂੰ ਵੇਖਣ ਨੂੰ ਮਿਲੇਗਾ। ਚਰਨਜੀਤ ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ ਏਕੇ ਦੀ, ਭਾਵੁਕਤਾ ਦੀ, ਹੋਰ ਵੱਖ-ਵੱਖ ਤਰ੍ਹਾਂ ਦੀ, ਤਾਂ ਗੱਲ ਇਹ ਵੀ ਕਰੀਏ ਵੀ ਅੰਦੋਲਨ ਦੇ 1 ਸਾਲ ਦੇ ਸਮੇਂ ਦੌਰਾਨ ਜਿਹੜਾ ਹੈਗਾ 700 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਨੇ, ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਸ ਦਿਨ ਭਾਵੇਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਤਾਂ ਕੀਤਾ ਗਿਆ, ਪਰ 700 ਕਿਸਾਨਾਂ ਦੀ ਸ਼ਹਾਦਤ ਬਾਰੇ ਇੱਕ ਵੀ ਸ਼ਬਦ ਨਹੀਂ ਬੋਲੇ, ਇੱਕ ਵੀ ਹੰਝੂ ਨਹੀਂ ਵਹਾਇਆ ਉਹਨਾਂ ਨੇ, ਜਿਸ ਦਾ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਦੇਸ਼ ਭਰ ਦੇ ਲੋਕ ਵੀ ਜਿਹੜੇ ਨੇ ਨੋਟਿਸ ਕਰ ਰਹੇ ਨੇ, ਇਸ ਗੱਲ ਦੀ ਚਰਚਾ ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਨੂੰ ਉਹਨਾਂ ਬਾਰੇ ਵੀ ਕੁਝ ਬੋਲਣਾ ਚਾਹੀਦਾ ਸੀ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਕਹਾਵਤ ਹੈ ਪੰਜਾਬੀ ਦੀ ਕਿ ਰੱਸੀ ਜਲ ਗਈ ਪਰ ਵੱਟ ਨਹੀਂ ਗਿਆ। ਸੋ ਇਹੀ ਹਾਲ ਸਾਡੇ ਪ੍ਰਧਾਨ ਮੰਤਰੀ ਦੇ ਟੋਟਲ ਤੁਸੀਂ 18 ਮਿੰਟ ਦਾ ਭਾਸ਼ਣ ਦੇਖੋ, ਉਹਦੇ ਵਿੱਚ ਉਹਨਾਂ ਨੇ ਆਪਣੀ ਹੱਠ ਨਹੀਂ ਛੱਡੀ ਕਿਸੇ ਪਾਸੇ ਵੀ। ਉਹਨਾਂ ਨੂੰ ਵਾਪਸ ਤਾਂ ਲੈ ਲਏ ਕਾਨੂੰਨ ਜੀ, ਪਰ ਆਪਣੀ ਹੱਠ ਦੇ ਵਿੱਚ ਵੀ ਨਾਲ ਕਿ ਮੈਂ ਭਲੇ ਲਈ ਕੰਮ ਕੀਤਾ। ਜਾਂ ਉਹਨਾਂ ਦੇ ਸਾਰੇ ਆਗੂ ਅਜੇ ਵੀ ਇਹੀ ਜਿਹੜਾ ਰਾਗ ਹੈ ਉਹੀ ਅਲਾਪੀ ਜਾ ਰਹੇ ਨੇ ਜੀ। ਤਾਂ ਵੱਡੀ ਗੱਲ ਤਰਾਸਦੀ ਇਹ ਹੈ ਕਿ 700 ਕਿਸਾਨ ਮਰ ਜੇ, ਜਿਸ ਨੂੰ ਅੰਨਦਾਤਾ ਕਹਿੰਦੇ ਆ, ਉਸ ਦੀ ਅਸੀਂ ਆਪਣੇ ਭਾਸ਼ਣ ਦੇ ਵਿੱਚ ਬਾਰ-ਬਾਰ ਤਾਰੀਫ ਵੀ ਕਰ ਰਹੇ ਹੈਗੇ ਆ, ਪਰ ਜਿਹੜੇ ਕਿਸਾਨ ਚਲੇ ਗਏ, ਫੌਤ ਹੋ ਗਏ ਨੇ, ਉਹਨਾਂ ਦੇ ਬਾਰੇ ਤੁਹਾਡਾ ਇੱਕ ਹੰਝੂ ਵੀ ਨਾ ਕਰੇ, ਉਹਨਾਂ ਦੇ ਹਿੱਸੇ ਇੱਕ ਸ਼ਬਦ ਵੀ ਨਾ ਹੋਵੇ। ਤੁਸੀਂ ਦੇਖੋ ਕਿ ਕਿਸਾਨ ਕੋਲ ਅਸੀਂ ਜਿੱਤ ਲਿਆ ਗਏ, ਖੇਤੀ ਕਾਨੂੰਨ ਵਾਪਸ ਹੋ ਜਾਣਗੇ, ਜਿਨ੍ਹਾਂ ਦੇ ਕਮਾਊ ਜੀਨ ਚਲੇ ਗਏ, ਉਸ ਮਾਂ ਦਾ ਕੀ ਹਾਲ ਹੋਏਗਾ, ਉਸ ਵਿਧਵਾ ਔਰਤ ਦਾ ਕੀ ਹਾਲ ਹੋਏਗਾ, ਉਸ ਬੱਚੇ ਦਾ ਕੀ ਹਾਲ ਹੋਏਗਾ, ਉਸ ਭੈਣ ਦਾ ਕੀ ਹਾਲ ਹੋਏਗਾ। ਉਹਨਾਂ ਨੂੰ ਤੁਸੀਂ ਮੁਆਵਜ਼ਾ ਦੇ ਦੋਗੇ, ਉਹ ਇੱਕ ਜ਼ਖਮਾਂ 'ਤੇ ਮੱਲਮ ਹੈ, ਪਰ ਉਹਨਾਂ ਦੀ ਭਰਪਾਈ ਜਿਹੜਾ ਜੀ ਚਲਾ ਗਿਆ, ਉਹ ਸਾਰੀ ਜ਼ਿੰਦਗੀ ਜਿਹੜੀ ਇੱਕ ਤਰ੍ਹਾਂ ਦੀ ਜੰਗ ਲੜਨਗੀਆਂ, ਉਹਨਾਂ ਲਈ ਸਾਰੀ ਉਮਰ ਇੱਕ ਤਰ੍ਹਾਂ ਦਾ ਘੋਲ ਚੱਲੇਗਾ। ਠੀਕ ਹੈ, ਉਹਨਾਂ ਨੂੰ ਫਖਰ ਤਾਂ ਹੁੰਦਾ ਹੈ ਕਿ ਸਾਡੇ ਜਾਣ ਵਾਲੇ ਤਾਂ ਚਲੇ ਗਏ ਪਰ ਸਾਡੀਆਂ ਜ਼ਮੀਨਾਂ ਬਚਾ ਗਏ ਜੀ। ਸੋ ਚਾਹੀਦਾ ਸੀ ਕਿ ਪ੍ਰਧਾਨ ਮੰਤਰੀ ਇਸ ਮੌਕੇ 'ਤੇ ਥੋੜ੍ਹਾ ਹੋਰ ਵੱਡਾ ਦਿਲ ਦਿਖਾ ਲੈਂਦੇ, ਕਿ ਘੱਟੋ ਘੱਟ ਉਹਨਾਂ ਦੀ ਸ਼ਹਾਦਤ ਬਾਰੇ ਤਾਂ 2 ਲਫ਼ਜ਼ ਜ਼ਰੂਰ ਬੋਲਦੇ। ਤੇਲੰਗਾਨਾ ਸਰਕਾਰ ਨੇ ਹੁਣ ਕੱਲ੍ਹ ਹੀ ਫੈਸਲਾ ਕੀਤਾ ਕਿ ਅਸੀਂ ਵੀ ਉਹਨਾਂ ਜਿਹੜੇ ਚਲੇ ਗਏ ਉਹਨਾਂ ਨੂੰ 3-3 ਲੱਖ ਰੁਪਏ ਦਾ ਮੁਆਵਜ਼ਾ ਦੇਵਾਂਗੇ। ਪੰਜਾਬ ਸਰਕਾਰ ਨੇ ਪਹਿਲਾਂ 5-5 ਲੱਖ ਰੁਪਏ ਦਾ ਮੁਆਵਜ਼ਾ ਉਹਨਾਂ ਪਰਿਵਾਰਾਂ ਨੂੰ ਦਿੱਤਾ ਹੈ, ਔਰ ਮੁੱਖ ਮੰਤਰੀ ਚਰਨਜੀਤ ਚੰਨੀ ਹੁਣ ਇਹ ਕਹਿ ਰਹੇ ਨੇ ਕਿ ਅਸੀਂ ਸਾਨੂੰ ਕਿਸਾਨ ਧਿਰ ਆਖਣ ਤਾਂ ਅਸੀਂ ਸਾਰੇ ਕਿਸਾਨਾਂ ਦੀ ਜਿਹੜੇ ਪੰਜਾਬ ਦੇ 650 ਸੀ ਉਹਨਾਂ ਦੀ ਇੱਕ ਯਾਦਗਾਰ ਬਣਾਉਣ ਲਈ ਵੀ ਤਿਆਰ ਹਾਂ ਜੀ। ਤਾਂ ਪੰਜਾਬੀ ਦਾ ਕਲਚਰ ਸਾਡਾ ਇਸ ਕਿਸਮ ਦਾ ਹੈ ਕਿ ਅਸੀਂ ਤਾਂ ਦੁਸ਼ਮਣ ਮਰ ਜੇ ਉਸ 'ਤੇ ਵੀ ਅਥਰੂ ਬਹਾਉਣੇ ਆ, ਤਾਂ ਪ੍ਰਧਾਨ ਮੰਤਰੀ ਦਾ ਮਤਲਬ ਹੈ ਕਿ ਦੁਸ਼ਮਣ ਤੋਂ ਵੀ ਅੱਗੇ ਕਿਸਾਨ ਨੂੰ ਦੇਖਦੇ। ਜੀ ਚਰਨਜੀਤ ਜੀ, ਕਿਸਾਨ ਕੌਲ ਜਿਹੜਾ ਹੈਗਾ ਜਿੱਤ ਲਿਆ, ਤੇ ਹੁਣ ਪੰਜਾਬ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਚਰਚਾਵਾਂ ਚੱਲ ਰਹੀਆਂ ਨੇ। ਜੇਕਰ ਗੱਲ ਕਰੀਏ ਤਾਂ ਕੁਝ ਲੋਕ ਇਹ ਕਹਿ ਰਹੇ ਨੇ ਵੀ ਕਿ ਕਿਸਾਨਾਂ ਨੂੰ ਚੋਣਾਂ ਲੜਨ ਲਈ ਇੱਕ ਪਾਰਟੀ ਬਣਾਉਣੀ ਚਾਹੀਦੀ ਹੈ ਤੇ ਅੱਗੇ ਆਉਣਾ ਚਾਹੀਦਾ, ਤੇ ਕੁਝ ਲੋਕ ਹਲੇ ਵੀ ਇਸ ਗੱਲ ਪਿੱਛੇ ਕਹਿ ਰਹੇ ਨੇ ਵੀ ਕਿਸਾਨਾਂ ਨੂੰ ਜਿਹੜਾ ਹੈ ਇਸੇ ਤਰ੍ਹਾਂ ਦਾ ਦਬਾਅ ਬਣਾਉਣ ਲਈ ਜਿਹੜਾ ਹੈ ਅੰਦੋਲਨ ਦਾ ਰੂਪ ਤਿਆਰ ਰੱਖਣਾ ਚਾਹੀਦਾ, ਸੰਘਰਸ਼ੀ ਰਹਿਣਾ ਚਾਹੀਦਾ, ਉਹਨਾਂ ਨੂੰ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਕਿਸਾਨਾਂ ਨੂੰ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਚੋਣਾਂ ਨੂੰ ਲੈ ਕੇ ਆਪਣਾ ਰੁਖ ਤਿਆਰ ਕਰਨਾ ਚਾਹੀਦਾ? ਬਿਲਕੁਲ, ਤੁਹਾਡੀ ਅਤਿਸ਼ ਗੱਲ ਠੀਕ ਹੈਗੀ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਮੁੱਖ ਤੌਰ 'ਤੇ ਗੱਲ ਫੋਕਸ ਹੋ ਰਹੀ ਹੈ ਉਹ ਇਹੀ ਹੈ ਕਿ ਪੰਜਾਬ ਦੀ ਰਾਜਨੀਤੀ ਆਉਣ ਵਾਲੀ ਜਿਹੜੀ ਕਿਹੋ ਜਿਹੀ ਹੋਏਗੀ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਆਪਣੀ ਇੱਕ ਕਿਸਾਨ ਪਾਰਟੀ ਖੜੀ ਕਰਨੀ ਚਾਹੀਦੀ ਹੈ। ਬਹੁਤ ਸਾਰੇ ਲੋਕਾਂ ਦਾ ਇਹ ਵੀ ਪੱਖ ਹੈ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਾਂ 32 ਕਿਸਾਨ ਧਿਰਾਂ ਹੈ ਉਹਨਾਂ ਦਾ ਏਕਾ ਇਸ ਤਰ੍ਹਾਂ ਬਰਕਰਾਰ ਰਹਿਣਾ ਚਾਹੀਦਾ ਹੈ। ਤਾਂ ਇਕੱਲੇ ਗੁਰਨਾਮ ਸਿੰਘ ਚੜੂਨੀ ਨਹੀਂ, ਚਲੋ ਮੈਦਾਨ 'ਚ ਮਿਸ਼ਨ ਪੰਜਾਬ ਲੈ ਕੇ ਕੁੱਦ ਪਏ ਨੇ, ਪਰ 32 ਕਿਸਾਨ ਧਿਰਾਂ ਦੇ ਵਿੱਚੋਂ ਆਪਾਂ ਦੇਖੀਏ ਤਾਂ 7-8 ਧਿਰਾਂ ਤਾਂ ਇਹੋ ਜਿਹੀਆਂ ਨੇ ਕਿ ਜਿਨ੍ਹਾਂ ਦਾ ਵੱਡਾ ਮਾਸ ਬੇਸ ਵੀ ਹੈ ਔਰ ਉਹ ਚੋਣਾਂ ਤੋਂ ਦੂਰ ਰਹਿੰਦੀਆਂ ਨੇ। ਪਹਿਲਾਂ ਜਿਹੜਾ ਉਹਨਾਂ ਦਾ ਪੁਰਾਣਾ ਤਜਰਬਾ ਹੈ ਜਾਂ ਉਹਨਾਂ ਦੀ ਜਿਹੜੀ ਆਈਡੀਓਲੋਜੀ ਹੈਗੀ ਉਹ ਚੋਣਾਂ ਤੋਂ ਦੂਰ ਰਹਿਣ ਵਾਲੀਆਂ। ਬਾਕੀ ਧਿਰਾਂ ਦੇ ਵਿੱਚ ਕੁਛ ਖੱਬੇ ਧਿਰਾਂ ਨਾਲ ਜੁੜੀਆਂ ਹੋਈਆਂ ਨੇ, ਕੁਛ ਜਿਵੇਂ ਲੱਖੋਵਾਲ ਪਹਿਲਾਂ ਉਹਨਾਂ ਦਾ ਰਿਹਾ ਹੈ, ਅਕਾਲੀ ਦਲ ਨਾਲ ਜੁੜੇ ਰਹੇ, ਰਾਜੇਵਾਲ ਹੈ ਜਿਨ੍ਹਾਂ ਦੀਆਂ ਸ਼ਾਮ, ਪਰ ਸਾਰੇ ਕਿਸਾਨ ਆਗੂ ਨੇ ਫਿਲਹਾਲ ਇਹ ਗੱਲ ਕਿਹਾ ਕਿ ਜਿੰਨਾ ਟਾਈਮ ਫਾਰਮਲੀ ਅਸੀਂ ਵਾਪਸ ਨਹੀਂ ਹੁੰਦੇ ਉਹਨਾਂ ਟਾਈਮ ਅਸੀਂ ਪੋਲੀਟਿਕਸ 'ਤੇ ਕੋਈ ਗੱਲ ਨਹੀਂ ਕਰਨੀ। ਪਰ ਕਿਤੇ ਨਾ ਕਿਤੇ ਕਿਸਾਨ ਆਗੂਆਂ ਦੇ ਮਨਾਂ ਦੇ ਵਿੱਚ ਵੀ ਇਹ ਗੱਲ ਪਈ ਹੋਏਗੀ। ਇਹ ਨਹੀਂ ਕਿ ਸਾਡੇ ਜਿਹੜੇ ਆਪਾਂ ਕਹਿ ਦਈਏ ਪੰਜਾਬ ਦੇ ਲੋਕ ਮਾੜੇ ਆ, ਪੰਜਾਬ ਦੇ ਲੋਕ ਅੱਜ ਵੀ ਇੱਕ ਹੈ, ਪਰ 32 ਕਿਸਾਨ ਧਿਰਾਂ, ਪਹਿਲਾ ਸਵਾਲ ਇਹ ਉੱਠਦਾ ਕਿ ਕੀ ਇਕੱਠੀਆਂ ਰਹਿ ਪਾਉਣਗੀਆਂ? ਲੋਕ ਇਕੱਠੇ ਹੋ ਜਾਣਗੇ, ਲੋਕਾਂ ਦੀ ਕੋਈ ਸਮੱਸਿਆ ਨਹੀਂ, ਪਰ ਆਗੂਆਂ ਦੀ ਉਹਨਾਂ ਦੀ ਫੇਰ ਸਮੱਸਿਆ ਰਹੇਗੀ, ਉਹਨਾਂ ਦੀ ਵਿਚਾਰਧਾਰਾ ਦੀ ਸਮੱਸਿਆ ਰਹੇਗੀ, ਉਹਨਾਂ ਨੂੰ ਇਕਜੁੱਟ ਕਰਨ ਦੀ ਸਮੱਸਿਆ ਰਹੇਗੀ। ਤਾਂ ਬਹੁਤ ਸਾਰੇ ਇੱਕ ਲੌਜਿਕ ਇਹ ਵੀ ਦਿੱਤਾ ਜਾਂਦਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਜਾਂ ਆਪਾਂ ਕਹਿ ਲਈਏ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦਾ ਏਕਾ ਇਸ ਤਰ੍ਹਾਂ ਬਰਕਰਾਰ ਰਹਿਣਾ ਚਾਹੀਦਾ। ਹੁਣ ਕਿਹੜਾ ਇਹਨਾਂ ਕੋਲੇ ਕੁਰਸੀ ਸੀ ਜੀ, ਹੁਣ ਵੀ ਇਹਨਾਂ ਨੇ ਲੋਕਾਂ ਦੀ ਤਾਕਤ ਦੇ ਨਾਲ ਆਪਣੀਆਂ ਗੱਲਾਂ ਮਨਵਾਈਆਂ ਨੇ, ਉਸ ਪਰਸਨੈਲਿਟੀ ਤੋਂ ਮਨਵਾਈਆਂ ਜਿਹੜੀ ਕਦੇ ਕਿਸੇ ਦੀ ਈਨ ਨਹੀਂ ਸੀ ਮੰਨੀ ਪਿਛਲੇ 7 ਸਾਲਾਂ 8 ਸਾਲਾਂ ਦੇ ਵਿੱਚ।
ਤਾਂ ਐਗਜ਼ਾਮਪਲ ਸੈੱਟ ਕੀਤੀ ਹੈ। ਬਿਲਕੁਲ। ਤਾਂ ਇਹ ਕਹਿੰਦੇ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਾਲਾ, ਘੱਟੋ ਘੱਟ ਆਪਾਂ ਕਹਿ ਲਈਏ 32 ਧਿਰਾਂ ਵਾਲਾ, ਇਹ ਇਸ ਤਰ੍ਹਾਂ ਇਹਦਾ ਵਜੂਦ ਹੈ ਜਿਹੜਾ ਕਾਇਮ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਏਕਾ ਰੱਖਣਾ ਚਾਹੀਦਾ ਹੈ। ਜਿਸ ਤਰ੍ਹਾਂ ਉੱਥੇ ਦਿੱਲੀ ਦੇ ਵਿੱਚ ਇਹਨਾਂ ਨੇ 1 ਸਾਲ ਦਿਖਾਇਆ ਹੈ, ਪੰਜਾਬ ਦੇ ਵਿੱਚ ਦਿਖਾਇਆ ਹੈ, ਇਹ ਯੂਨਿਟੀ ਬਣੀ ਰਹਿਣੀ ਚਾਹੀਦੀ ਹੈ। ਤਾਂ ਵੀ ਇਹ ਕਿਸੇ ਪਾਵਰ ਨਾਲੋਂ ਘੱਟ ਨਹੀਂ, ਜੀ। ਕਿਉਂਕਿ ਲੋਕਾਂ ਨੂੰ ਇਹ ਵੀ ਖਦਸ਼ਾ ਹੈ ਕਿ ਜਦੋਂ ਕੁਰਸੀ ਦੀ ਗੱਲ ਆ ਜਾਏਗੀ ਤਾਂ ਇਹਨਾਂ ਸਾਰਿਆਂ ਆਗੂਆਂ ਦੇ ਵਿੱਚ ਬਖੇੜਾ ਖੜਾ ਹੋ ਸਕਦਾ ਹੈ। ਇਹ ਵੱਡੀ ਗੱਲ ਹੈਗੀ ਆਤਿਸ਼, ਚਾਹੇ ਕੁਝ ਵੀ ਹੋਵੇ, ਪਾਰਟੀ ਬਣੇ ਚਾਹੇ ਨਾ ਬਣੇ, ਬਣੇ, ਪਰ ਜਿਹੜੀਆਂ 2022 ਵਾਲੀਆਂ ਚੋਣਾਂ ਨੇ ਇਹਦੇ ਵਿੱਚ ਕਿਸਾਨ ਹੈ ਉਹ ਇੱਕ ਮੋਹਰੀ ਭੂਮਿਕਾ ਦੇ ਵਿੱਚ ਰਹੇਗਾ, ਉਸ ਨੂੰ ਇਗਨੋਰ ਨਹੀਂ ਕੀਤਾ ਜਾ ਸਕੇਗਾ। ਸੋ ਜਿੱਥੇ ਕਿਸਾਨ ਅੰਦੋਲਨ ਨੇ ਏਡੀ ਵੱਡੀ ਜਿੱਤ ਝੋਲੀ ਪਾਈ ਹੈ, ਉੱਥੇ ਸਾਡੇ ਕਿਸਾਨ ਆਗੂਆਂ ਦੀ, ਕਿਸਾਨ ਧਿਰਾਂ ਦੀ ਝੋਲੀ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਵੀ ਪਾਈ ਹੈ। ਸੋ ਜੋ ਵੀ ਫੈਸਲਾ ਹੈ ਉਹ ਬੜਾ ਸੋਚ ਸਮਝ ਕੇ ਲੈਣਾ ਹੋਏਗਾ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ, ਜਿਨ੍ਹਾਂ ਨੇ ਦੱਸਿਆ ਵੀ ਕਿਸਾਨ ਅੰਦੋਲਨ ਨੇ ਲੋਕਾਂ 'ਚ ਭਾਈਚਾਰਾ ਤੇ ਏਕਾ ਬਹੁਤ ਵਧਾਇਆ ਹੈ ਤੇ ਉਸੇ ਅੰਦੋਲਨ ਦੇ ਚੱਲਦਿਆਂ ਜਿਹੜੀ ਪੰਜਾਬ ਦੀ 32 ਕਿਸਾਨ ਜਥੇਬੰਦੀਆਂ ਨੇ ਉਹ ਵੀ ਪਿਛਲੇ 1 ਸਾਲ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ, ਇਕੱਠੇ ਹੋ ਕੇ ਲੜਾਈ ਲੜ ਰਹੀਆਂ ਨੇ। ਤੇ ਹੁਣ ਲੋੜ ਇਹ ਹੈ ਵੀ ਪੰਜਾਬ ਦੇ ਲੋਕਾਂ 'ਚ ਭਾਈਚਾਰਾ ਤੇ ਏਕਾ ਤਾਂ ਵੱਧ ਚੁੱਕਿਆ ਤੇ ਕਿਸਾਨ ਜਥੇਬੰਦੀਆਂ ਪੰਜਾਬ ਦੀ ਜਿਹੜੀ 32 ਜਥੇਬੰਦੀਆਂ ਨੇ ਉਹ ਭਵਿੱਖ ਦੇ ਵਿੱਚ ਵੀ ਇਸੇ ਤਰ੍ਹਾਂ ਇਕੱਠੀਆਂ ਰਹਿਣ, ਤਾਂ ਜੋ ਲੋਕ ਭਲਾਈ ਦੇ ਫੈਸਲਿਆਂ ਲਈ ਲੜਾਈ ਲੜੀ ਜਾ ਸਕੇ ਤੇ ਲੋੜ ਪੈਣ ਤੇ ਅਜਿਹੇ ਸੰਘਰਸ਼ ਮੁੜ ਜਿਹੜੇ ਹੈ ਵਿੱਢੇ ਜਾ ਸਕਣ। ਇਹ ਉਹੀ ਜਿਹੜੀ ਹੈਗੀ ਸਭ ਤੋਂ ਵੱਡੀ ਜਿੱਤ ਹੋਏਗੀ, ਉਹੀ ਸਭ ਤੋਂ ਵੱਡੀ ਇੱਕ ਪਾਰਟੀ, ਇੱਕ ਰਣਨੀਤੀ ਹੋਏਗੀ। ਹੁਣ ਹੋਵੇਗਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।